ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਹਮਦਰਦ ਪੈਸਾ ਤੇਲਾ ਦੇ ਵਿੱਚ ਮੈਂ ਹਾਂ ਮਨਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ, ਜਿਸ ਦੇ ਵਿੱਚ ਅਸੀਂ ਤੁਹਾਡੀ ਫਾਈਨੈਂਸ਼ੀਅਲ ਸਰਵਿਸ ਦੇ ਬਾਰੇ ਗੱਲ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਮੌਰਗੇਜ ਇੰਸ਼ੋਰੈਂਸ ਦੇ ਬਾਰੇ ਕਿ ਮੌਰਗੇਜ ਇੰਸ਼ੋਰੈਂਸ ਹੈ ਜਿਹੜੀ ਕਿੱਥੋਂ ਲੈਣੀ ਚਾਹੀਦੀ ਹੈ, ਬੈਂਕ ਤੋਂ ਲੈਣੀ ਚਾਹੀਦੀ ਹੈ ਜਾਂ ਕਿਸੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਏਜੰਟ ਨੇ ਜਿਹੜੇ ਉਹਨਾਂ ਤੋਂ ਲੈਣੀ ਚਾਹੀਦੀ ਆ। ਕਿ ਤੁਹਾਡੀ ਜਿਹੜੀ ਮੌਰਗੇਜ ਹੈ ਜਿਹੜੀ ਉਹ ਕਿੰਨੀ ਕੁ ਸਿਕਿਉਰ ਹੋਏਗੀ ਤੁਹਾਡੀ ਇੰਸ਼ੋਰੈਂਸ ਨਾਲ, ਇਸ ਦੇ ਬਾਰੇ ਅਸੀਂ ਗੱਲ ਕਰਾਂਗੇ। ਅਗਰ ਤੁਹਾਡਾ ਵੀ ਮੌਰਗੇਜ ਨੂੰ ਲੈ ਕੇ ਮੌਰਗੇਜ ਇੰਸ਼ੋਰੈਂਸ ਨੂੰ ਲੈ ਕੇ ਕੋਈ ਕੁਐਸਚਨ ਆ, ਤੁਸੀਂ ਸਾਨੂੰ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਤੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ ਵਿਕਰਮ ਸਿੰਘ ਜਜੂਆ ਜੀ, ਫਾਈਨੈਂਸ਼ੀਅਲ ਐਡਵਾਈਜ਼ਰ ਵਿਕਰਮਜੀਤ ਸਿੰਘ ਜਜੂਆ ਜੀ। ਤਾਂ ਉਹਨਾਂ ਦਾ ਸਵਾਲ। ਸਤਿ ਸ਼੍ਰੀ ਅਕਾਲ ਸਰ। ਥੈਂਕ ਯੂ ਮਨਪ੍ਰੀਤ ਜੀ, ਸ਼ੁਕਰੀਆ। ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਸਰ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ? ਵਧੀਆ ਸਰ। ਸਰ ਅਸੀਂ ਗੱਲ ਕਰਨ ਜਾ ਰਹੇ ਹਾਂ ਮੌਰਗੇਜ ਇੰਸ਼ੋਰੈਂਸ ਵਿੱਚ। ਜਦੋਂ ਅਸੀਂ ਮੌਰਗੇਜ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਜ਼ਿਕਰ ਆਉਂਦਾ ਕਿ ਜਦੋਂ ਵੀ ਮੌਰਗੇਜ ਲਈ ਜਾਂਦੀ ਹੈ ਤਾਂ ਉਹ ਤਾਂ CMHC ਤੋਂ ਸਿਕਿਉਰ ਆ, ਤਾਂ ਕਿ ਫਿਰ ਜਿਹੜੀ ਮੌਰਗੇਜ ਆ ਤਾਂ ਉਹੀ ਮੌਰਗੇਜ ਦੇ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੀ ਸਿਕਿਉਰ ਹੋਏਗੀ CMHC ਤੋਂ। ਮਨਪ੍ਰੀਤ ਜੀ, ਨੋਰਮਲੀ ਇੱਕ ਮਿਸਕਨਸੈਪਸ਼ਨ ਹੈਗੀ ਹੈ ਕਿ ਜਦੋਂ ਅਸੀਂ, ਵੈਸੇ ਮੈਂ ਤੁਹਾਨੂੰ ਥੋੜ੍ਹੇ CMHC ਬਾਰੇ ਦੱਸਦਾ, ਫਿਰ ਮੈਂ ਥੋੜ੍ਹੀ ਜਿਹੀ ਅੱਗੇ ਗੱਲ ਕਰਦਾ ਜੀ। ਜਦੋਂ ਅਸੀਂ ਘਰ ਲੈਣਾ ਹੁੰਦਾ ਹੈਗਾ ਤਾਂ ਵੀ ਹੈਵ ਟੂ ਪੁੱਟ ਅ ਡਾਊਨ ਪੇਮੈਂਟ ਔਨ ਇਟ। ਸਾਨੂੰ ਡਾਊਨ ਪੇਮੈਂਟ ਦੇਣੀ ਪੈਂਦੀ ਹੈ ਜਿਹੜੀ ਕਿ ਮਿਨੀਮਮ 5% ਹੈਗੀ ਹੈ ਤੇ 20% ਤੱਕ ਸਾਡੇ ਕੋਲ ਹੈਗਾ ਅਗਰ ਤਾਂ ਅਸੀਂ ਦੇ ਸਕਦੇ ਹੈਗੇ ਜੀ। ਅਗਰ ਸਾਡੀ ਉਹ ਡਾਊਨ ਪੇਮੈਂਟ 20% ਤੋਂ ਘੱਟ ਹੈਗੀ ਆ ਤਾਂ ਫਿਰ CMHC ਦੇ ਲਈ ਸਾਨੂੰ ਮਤਲਬ ਉਹਦੇ ਵਿੱਚ ਸਾਨੂੰ ਇੰਸ਼ੋਰ ਕਰਵਾਉਣੀ ਪੈਂਦੀ ਹੈਗੀ ਆ। ਉਹ ਉਸ ਇੰਸ਼ੋਰੈਂਸ ਤੋਂ ਬਿਨਾਂ ਲੈਂਡਰ ਸਾਨੂੰ ਉਹ ਰਕਮ ਨਹੀਂ ਦਿੰਦਾ ਹੈ ਜੀ। ਅਗਰ 5% ਹੈ, 10% ਹੈ ਜਾਂ 15% ਅਗਰ ਅਸੀਂ ਡਾਊਨ ਪੇਮੈਂਟ ਦੇ ਰਹੇ ਹਾਂ ਤੇ ਸਾਨੂੰ ਉਸ ਜਿਹੜੀ ਅਸੀਂ ਮੌਰਗੇਜ ਦੀ ਕਿਸ਼ਤ ਦੇਣੀ ਹੈਗੀ ਉਹਦੇ ਸਾਨੂੰ ਉਸ ਦਾ ਪ੍ਰੀਮੀਅਮ ਵੀ ਭਰਨਾ ਪਏਗਾ ਜਿਹਨੂੰ ਅਸੀਂ CMHC ਇੰਸ਼ੋਰੈਂਸ ਕਹਿੰਦੇ ਹੈਗੇ। ਹੁਣ ਨਾਰਮਲੀ ਕੀ ਹੁੰਦਾ ਹੈਗਾ ਕਿ ਇੱਕ ਕਨਸੈਪਟ ਇਹ ਬਣਿਆ ਹੋਇਆ ਹੈਗਾ ਕਿ ਜਦੋਂ ਮੈਂ ਉਹ ਇੰਸ਼ੋਰੈਂਸ ਦਾ ਪ੍ਰੀਮੀਅਮ ਭਰ ਦਿੱਤਾ, ਇਹਦਾ ਮਤਲਬ ਕਿ ਮੇਰੀ ਇੰਸ਼ੋਰੈਂਸ ਜਿਹੜੀ ਹੈਗੀ ਮੇਰੀ ਮੌਰਗੇਜ ਸਿਕਿਉਰ ਹੋ ਗਈ। ਹੁਣ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਅਸੀਂ ਉਸ ਨੂੰ ਇਹ ਨਹੀਂ ਸਮਝਦੇ ਹੈਗੇ ਕਿ ਉਹ ਜਿਹੜੀ ਇੰਸ਼ੋਰੈਂਸ ਹੈਗੀ ਅਸਲ 'ਚ ਕਿਹਨੂੰ ਕਵਰ ਕਰਦੀ ਹੈਗੀ। ਠੀਕ ਹੈ, ਉਸ ਦਾ ਪ੍ਰੀਮੀਅਮ ਮੈਂ ਦੇ ਰਿਹਾ ਹੈਗਾ, ਚਾਹੇ ਮੈਂ ਇਕੱਠਾ ਇੱਕੋ ਵਾਰੀ ਦੇ ਰਿਹਾ ਜਾਂ ਮੈਂ ਲੰਪਸਮ ਹਰ ਮਹੀਨੇ ਉਹ ਆਪਣੀ ਕਿਸ਼ਤ ਦੇ ਨਾਲ ਉਹਨੂੰ ਦੇ ਰਿਹਾ ਹੈਗਾ, ਲੇਕਿਨ ਸਟਿਲ ਉਹ ਜਿਹੜੀ ਹਿਫਾਜ਼ਤ ਹੈਗੀ ਹੈ ਜਾਂ ਸਿਕਿਉਰਿਟੀ, ਉਹ ਮੇਰੀ ਰਕਮ ਦੀ ਸਿਕਿਉਰਿਟੀ ਨਹੀਂ ਹੈਗੀ ਜੀ, ਉਹ ਬੈਂਕ ਦੀ ਰਕਮ ਦੀ ਸਿਕਿਉਰਿਟੀ ਹੈਗੀ। ਬੈਂਕ ਨੇ ਆਪਣੀ ਰਕਮ ਨੂੰ ਸਿਕਿਉਰ ਕਰਨਾ ਹੈ, ਉਹਨੇ CMHC ਤੋਂ ਉਹ ਇੰਸ਼ੋਰੈਂਸ ਪਰਚੇਜ਼ ਕਰਨੀ ਹੈਗੀ ਆ, ਤਾਂ ਕਿ ਜੇ ਕੱਲ ਨੂੰ ਕਿਸੇ ਵੀ ਵਜ੍ਹਾ ਨਾਲ ਮੈਂ ਡਿਫਾਲਟਰ ਹੋਣਾ ਹੈ, ਮੈਂ ਕਿਸ਼ਤ ਨਹੀਂ ਦੇ ਸਕਦਾ, ਉਹਦੀ ਵਜ੍ਹਾ ਕੋਈ ਵੀ ਹੋ ਸਕਦੀ ਆ, ਮੇਰੀ ਡੈਥ ਹੋ ਸਕਦੀ ਆ, ਮੈਂ ਕ੍ਰਿਟੀਕਲੀ ਇਲ ਹੋ ਸਕਦਾ ਹੈਗਾ ਜਿਹਦੇ ਨਾਲ ਮੇਰਾ ਜੌਬ ਲਾਸ ਹੋ ਗਿਆ ਜਾਂ ਮੇਰੇ ਹੋਰ ਖਰਚੇ ਹੋ ਗਏ ਜਾਂ ਮੈਂ ਡਿਸੇਬਲ ਹੋ ਸਕਦਾ ਹੈਗਾ। ਤਿੰਨੋਂ ਕਾਰਨਾਂ ਕਰਕੇ ਅਗਰ ਮੈਂ ਕਿਸ਼ਤ ਨਹੀਂ ਦੇ ਸਕਦਾ ਤੇ ਬੈਂਕ ਨੂੰ ਤਾਂ ਆਪਣਾ ਪੈਸਾ ਚਾਹੀਦਾ ਹੈ। ਠੀਕ ਹੈ, ਉਸ ਬੈਂਕ ਨੇ ਕੀ ਕੀਤਾ ਕਿ ਉਸਨੇ ਮੈਨੂੰ ਕਿਹਾ ਕਿ ਮੈਂ CMHC ਦੀ ਇੰਸ਼ੋਰੈਂਸ ਪਰਚੇਜ਼ ਕਰਾਂ ਜਿਸ ਨਾਲ ਕਿ ਉਸ ਦੀ ਆਪਣੀ ਰਕਮ ਸਿਕਿਉਰ ਹੋ ਜਾਏ। ਲੇਕਿਨ ਅਗਰ ਮੈਂ ਡਿਫਾਲਟਰ ਹੋਣਾ ਹੈਗਾ, ਬੈਂਕ ਨੂੰ ਉਹਦੀ ਰਕਮ ਤਾਂ ਮਿਲ ਜਾਵੇਗੀ ਲੇਕਿਨ ਮੇਰੇ ਉੱਤੇ ਬਣੀ ਹੋਈ ਦੇਣਦਾਰੀ ਖਤਮ ਨਹੀਂ ਹੋਏਗੀ। ਆਈ ਹੈਵ ਟੂ ਪੇ ਦੈਟ ਐਟ ਐਨੀ ਕਾਸਟ। ਚਾਹੇ ਬੈਂਕ ਦੇ ਪੈਸੇ ਵਾਪਸ ਆ ਚੁੱਕੇ ਨੇ, ਬੈਂਕ ਨੇ ਆਪਣੀ ਭਰਪਾਈ ਕਰ ਲਈ ਹੈ, ਲੇਕਿਨ CMHC ਦੇ ਨਾਲ ਮੇਰਾ ਹੁਣ ਉਹ ਰਾਬਤਾ ਕਾਇਮ ਹੋ ਗਿਆ ਕਿ ਮੈਨੂੰ ਉਹ ਪੇਮੈਂਟ ਵਾਪਸ ਕਰਨੀ ਪਏਗੀ। ਸੋ ਜਦੋਂ ਅਸੀਂ ਇਹ ਸੋਚ ਕੇ ਚੱਲਦੇ ਹਾਂ ਕਿ ਮੈਂ ਤਾਂ CMHC ਦੇ ਵਿੱਚ ਇੰਸ਼ੋਰੈਂਸ ਲੈ ਲਈ ਹੈਗੀ ਆ, ਮੇਰੀ ਮੌਰਗੇਜ ਸਿਕਿਉਰ ਹੈਗੀ ਆ, ਉਹ ਤੁਹਾਡੀ ਮੌਰਗੇਜ ਸਿਕਿਉਰ ਨਹੀਂ ਹੈਗੀ, ਉਹ ਤੁਹਾਡੇ ਬੈਂਕ ਦੀ ਮੌਰਗੇਜ ਸਿਕਿਉਰ ਤੁਸੀਂ ਕਰਵਾਈ ਹੈਗੀ, ਕਿਉਂਕਿ ਬੈਂਕ ਉਹਦੇ ਬਿਨਾਂ ਤੁਹਾਨੂੰ ਲੈਂਡ ਨਹੀਂ ਕਰਦਾ। ਉਹ ਕਹਿੰਦਾ ਕਿ ਮੈਂ ਤੁਹਾਨੂੰ ਰਕਮ ਨਹੀਂ ਦੇਣੀ ਹੈਗੀ ਜਦ ਤੱਕ ਤੁਸੀਂ ਮੈਨੂੰ ਇੰਸ਼ੋਰੈਂਸ ਪਰਚੇਜ਼ ਕਰਕੇ ਨਹੀਂ ਦਿੰਦੇ। ਬੇਸਿਕਲੀ ਉਹ ਆਪਣੀ ਹੀ ਰਕਮ ਨੂੰ ਸਿਕਿਉਰ ਕਰਵਾ ਰਹੇ ਨੇ, ਲੇਕਿਨ ਉਹ ਤੁਹਾਡੇ ਰਾਹੀਂ ਸਿਕਿਉਰ ਕਰਵਾ ਰਹੇ ਨੇ। ਸੋ ਇਟ ਮੀਨਸ ਕਿ ਜਿਹੜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਅਸੀਂ CMHC ਦੇ ਬਾਰੇ ਨਹੀਂ ਗੱਲ ਕਰਨ ਜਾ ਰਹੇ, ਕਿਉਂਕਿ ਉਹ ਤਾਂ ਸਾਡੇ ਲਈ ਮੈਂਡੇਟਰੀ ਹੈਗੀ ਆ, ਉਹਨਾਂ ਨੇ ਉਸ ਦੇ ਬਿਨਾਂ ਸਾਨੂੰ ਪੈਸਾ ਲੈਂਡ ਨਹੀਂ ਕਰਨਾ ਹੈਗਾ, ਕੋਈ ਵੀ ਬੈਂਕ ਸਾਨੂੰ ਮੌਰਗੇਜ ਨਹੀਂ ਦੇਵੇਗਾ। ਅੱਜ ਅਸੀਂ ਜਿਸ ਬਾਰੇ ਗੱਲ ਕਰਾਂਗੇ ਉਹ ਹੈਗਾ ਕਿ ਤੁਹਾਨੂੰ ਮੌਰਗੇਜ ਮਿਲ ਗਈ, ਤੁਸੀਂ ਉਹ ਪੇਮੈਂਟ ਕਰ ਦਿੱਤੀ, ਉਹ ਇੰਸ਼ੋਰੈਂਸ ਪੇਮੈਂਟ ਕਰ ਦਿੱਤੀ ਜਿਹਦੇ ਨਾਲ ਕਿ ਬੈਂਕ ਦੀ ਰਕਮ ਤਾਂ ਸਿਕਿਉਰ ਹੋ ਗਈ, ਪਰ ਹੁਣ ਮੈਂ ਆਪਣੀ ਰਕਮ ਨੂੰ ਕਿਵੇਂ ਸਿਕਿਉਰ ਕਰਨਾ ਹੈ ਜਾਂ ਆਪਣੇ ਉਸ ਘਰ ਨੂੰ ਕਿਵੇਂ ਸਿਕਿਉਰ ਕਰਨਾ ਹੈ ਕਿ ਜੇਕਰ ਜਿਹੜੇ ਮੈਂ ਤੁਹਾਨੂੰ 3 ਗੱਲਾਂ ਕਹੀਆਂ ਨੇ ਕਿ ਮੇਰੀ ਡੈਥ ਹੋ ਸਕਦੀ ਹੈਗੀ ਹੈ, ਡਿਸੇਬਿਲਿਟੀ ਵੀ ਹੋ ਸਕਦੀ ਹੈ ਔਰ ਕ੍ਰਿਟੀਕਲ ਇਲਨੈਸ ਵੀ ਹੋ ਸਕਦੀ ਹੈ, ਉਹਨਾਂ 3 ਸੂਰਤਾਂ ਦੇ ਵਿੱਚ ਮੈਨੂੰ ਉਹ ਆਪਣੀ ਰਕਮ ਦੀ ਭਰਪਾਈ ਕਿਵੇਂ ਹੋਏਗੀ ਮੇਰੀ। ਅਸੀਂ ਅੱਜ ਉਸ ਬਾਰੇ ਗੱਲ ਕਰਨ ਜਾ ਰਹੇ ਹਾਂ। ਉਹ ਜਿਹੜੀ ਹੈਗੀ ਮੌਰਗੇਜ ਇੰਸ਼ੋਰੈਂਸ ਅਸੀਂ ਉਹਨੂੰ ਕਹਿੰਦੇ ਹੈਗੇ ਆ, ਦੈਟ ਇਜ਼ ਡਿਫਰੈਂਟ ਫਰਮ CMHC ਇੰਸ਼ੋਰੈਂਸ। ਜੀ ਸਰ, ਜਿਵੇਂ ਤੁਸੀਂ ਗੱਲ ਕਰੀ ਆ ਕਿ ਫਿਰ ਜੇ ਬੈਂਕ ਨੇ ਜਾਂ ਲੈਂਡਰ ਨੇ ਜਿਹੜੀ ਆਪਣੀ ਰਕਮ ਦਾ ਸਿਕਿਉਰ ਕਰ ਲਈ, ਆਪਣੀ ਮੌਰਗੇਜ ਨੂੰ ਤਾਂ ਸਿਕਿਉਰ ਕਰ ਲਿਆ, ਤਾਂ ਫਿਰ ਸਾਡੀ ਮੌਰਗੇਜ ਆ ਜਿਹੜੀ ਉਹ ਕਿੱਦਾਂ ਸ਼ੋਰਟੀ ਹੋਏਗੀ ਕਿ ਉਹ ਸਿਕਿਉਰ ਹੋ ਗਈ ਹੈ? ਮੈਮ ਉਹਦੇ ਲਈ ਹੁਣ ਫਿਰ ਕੀ ਹੈਗਾ ਕਿ ਪ੍ਰੋਡਕਟਸ ਹੈਗੇ ਨੇ, ਜਿੱਦਾਂ ਕਿ ਬੈਂਕ ਵੀ ਆਪਣਾ ਇੱਕ ਪ੍ਰੋਡਕਟ ਰੱਖਦਾ ਹੈ ਜਿਹਨੂੰ ਅਸੀਂ ਜਿਹਨੂੰ ਉਹ ਮੌਰਗੇਜ ਇੰਸ਼ੋਰੈਂਸ ਕਹਿੰਦੇ ਹੈਗੇ ਨੇ। ਇੱਦਾਂ ਇੰਸ਼ੋਰੈਂਸ ਕੰਪਨੀਜ਼ ਵੀ ਮੌਰਗੇਜ ਇੰਸ਼ੋਰੈਂਸ ਸੈਲ ਕਰਦੀਆਂ ਨੇ। ਹੁਣ ਜਦੋਂ ਮੈਂ
ਕੋਈ ਮੌਰਗੇਜ ਲਈ ਹੈਗੀ ਹੈ ਤਾਂ ਇਹ ਮੇਰੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਕਿਸੇ ਵੱਲੋਂ ਕੋਈ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਅਗਰ ਮੌਰਗੇਜ ਇੰਸ਼ੋਰੈਂਸ ਨਹੀਂ ਲਵੋਗੇ ਕਿ ਤੁਹਾਨੂੰ ਮੌਰਗੇਜ ਨਹੀਂ ਮਿਲੇਗੀ, ਕਿਉਂਕਿ ਆਮ ਤੌਰ ਤੇ ਇਹ ਵੀ ਕਨਸੈਪਟ ਹੈਗਾ ਕਲਾਇੰਟਸ ਦੇ ਮਨ ਦੇ ਵਿੱਚ ਹੁੰਦਾ ਹੈਗਾ ਕਿ ਮੈਨੂੰ ਤਾਂ ਮੌਰਗੇਜ ਇੰਸ਼ੋਰੈਂਸ ਬੈਂਕ ਤੋਂ ਲੈਣੀ ਪੈਣੀ ਹੈ ਕਿਉਂਕਿ ਉਹ ਮੈਨੂੰ ਮੌਰਗੇਜ ਦੇ ਰਹੇ ਨੇ। ਕਈ ਵਾਰ ਝੇਪ ਹੁੰਦੀ ਹੈਗੀ ਹੈ ਤੇ ਕਈ ਵਾਰ ਉਸ ਚੀਜ਼ ਦਾ ਪਤਾ ਨਾ ਹੋਣ ਕਰਕੇ ਅਸੀਂ ਉੱਥੇ ਹਾਂ ਵੀ ਕਰਦੇ ਹਾਂ ਵੀ ਠੀਕ ਹੈ ਮੇਰੀ ਇੰਸ਼ੋਰੈਂਸ ਵੀ ਕਰ ਦਿਓ, ਔਰ ਅੱਛੀ ਗੱਲ ਹੈ, ਇਹਨੂੰ ਇੰਸ਼ੋਰੈਂਸ ਹੋਣਾ ਮਾੜੀ ਗੱਲ ਨਹੀਂ ਹੈਗੀ, ਚਾਹੇ ਤੁਸੀਂ ਬੈਂਕ ਤੋਂ ਕਰਵਾਉਂਦੇ ਹੋ ਜਾਂ ਇੰਸ਼ੋਰੈਂਸ ਕੰਪਨੀ ਤੋਂ ਲੈਂਦੇ ਹੋ, ਕਿਉਂਕਿ ਤੁਸੀਂ ਆਪਣੇ ਆਪ ਨੂੰ ਸਿਕਿਉਰ ਕਰ ਦਿੰਦੇ ਹੋ। ਲੇਕਿਨ ਜ਼ਰੂਰੀ ਗੱਲ ਇਹ ਚੀਜ਼ ਹੈਗੀ ਹੈ ਕਿ ਮੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਨੂੰ ਜ਼ਿਆਦਾ ਬੈਨੀਫਿਟ ਕਿੱਥੇ ਹੈਗਾ। ਮੈਂ ਜਿਹੜੀ ਗੱਲ ਕਹੀ ਹੈ ਕਿ ਬੈਂਕ ਦੇ ਵਿੱਚੋਂ ਉਹ ਜਿਹੜਾ ਕਹਿੰਦੇ ਨੇ ਕਿ ਮੌਰਗੇਜ ਇੰਸ਼ੋਰੈਂਸ ਲੈ ਲਈ ਜਾਵੇ, ਹਾਂ ਉਸ ਵੇਲੇ ਤੁਹਾਡੇ ਕੋਲ ਇਹ ਮੌਕਾ ਹੈਗਾ ਕਿ ਤੁਸੀਂ ਆਪਣੇ ਬਾਰੇ ਖੁਦ ਮੌਰਗੇਜ ਇੰਸ਼ੋਰੈਂਸ ਬਾਹਰੋਂ ਕਿਤੋਂ ਲੈਣ ਦੇ ਬਾਰੇ ਵੀ ਸੋਚ ਸਕਦੇ ਹੋ। ਤੁਹਾਨੂੰ ਕੋਈ ਫੋਰਸ ਜਾਂ ਇੰਡਿਊਸ ਨਹੀਂ ਕਰ ਸਕਦਾ ਕਿ ਨਹੀਂ ਤੁਹਾਨੂੰ ਅਗਰ ਅਸੀਂ ਮੌਰਗੇਜ ਦੇ ਰਹੇ ਹਾਂ ਤਾਂ ਤੁਹਾਨੂੰ ਸਾਡੇ ਤੋਂ ਹੀ ਇੰਸ਼ੋਰੈਂਸ ਪਰਚੇਜ਼ ਕਰਨੀ ਪਵੇਗੀ, ਇਹ ਗਲਤ ਹੈ, ਐਦਾਂ ਨਹੀਂ ਹੋ ਸਕਦਾ। ਅਗਰ ਕੋਈ ਕਰਦਾ ਹੈਗਾ ਤਾਂ ਉਹ ਗਲਤ ਕਰ ਰਿਹਾ, ਅਨਐਥੀਕਲ ਹੈਗਾ। ਲੇਕਿਨ ਹਾਂ ਅਗਰ ਮੈਂ ਉਸ ਰਕਮ ਨੂੰ ਜਿਹੜਾ ਕਿ ਮੇਰੇ ਸਿਰ ਕਰਜ਼ਾ ਆ ਗਿਆ, ਹੁਣ ਦੇਖੋ ਜੇ ਤੁਸੀਂ ਮਨਪ੍ਰੀਤ ਜੀ ਆਸ-ਪਾਸ ਆਪਾਂ ਨਿਗਾਹ ਮਾਰਦੇ ਹਾਂ, ਮੇਰੇ ਖਿਆਲ GTA ਦੇ ਵਿੱਚ ਇੱਕ ਨਾਰਮਲ ਘਰ ਵੀ 1.5 ਮਿਲੀਅਨ ਤੋਂ ਘੱਟ ਨਹੀਂ ਹੈਗਾ। ਹੁਣ ਮੈਂ ਆਪਣੇ ਸਾਰੇ ਰਿਸੋਰਸਿਸ ਖਾਲੀ ਕਰਕੇ ਆਪਣੀ ਜਿਹੜੀ ਰਕਮ ਹੈਗੀ, ਜਿੰਨੀ ਮੇਰੀ ਕਮਾਈ ਹੈਗੀ, ਮੈਂ ਉਹਨੂੰ ਪੂਰਾ ਹੱਦ ਤੱਕ ਲਿਮਿਟ ਯੂਜ਼ ਕਰਕੇ ਮੈਂ ਆਪਣੀ ਮੌਰਗੇਜ ਪੇ ਕਰ ਰਿਹਾ ਜਾਂ ਬਿੱਲ ਪੇ ਕਰ ਰਿਹਾ ਹੈਗਾ। ਲੇਕਿਨ ਹੁਣ ਅਗਰ ਡੈਥ ਹੋ ਜਾਂਦੀ ਹੈਗੀ ਹੈ ਤੇ ਕਿਸ ਤਰ੍ਹਾਂ ਉਹ ਪੇਮੈਂਟ ਵਾਪਸ ਹੋਵੇਗੀ? ਜਾਂ ਮੈਂ ਡਿਸੇਬਲ ਹੋ ਗਿਆ ਜਾਂ ਮੈਂ ਕ੍ਰਿਟੀਕਲੀ ਇਲ ਹੋ ਗਿਆ ਤੇ ਉਹ ਕਿਸ਼ਤਾਂ ਤਾਂ ਬੈਂਕ ਨੇ ਵਾਪਸ ਲੈਣੀਆਂ ਹੀ, ਬਿਲਕੁਲ ਠੀਕ ਹੈ, ਕਿਉਂਕਿ ਬੈਂਕ ਦਾ ਇਹ ਚੀਜ਼ ਹੈ ਵੀ ਹਰ 3 ਕਿਸ਼ਤਾਂ ਤੋਂ ਬਾਅਦ ਬੈਂਕ ਤੁਹਾਨੂੰ ਇੱਕ ਫੋਰਕਲੋਜ਼ਰ ਨੋਟਿਸ ਜਾਂ ਪਾਵਰ ਆਫ ਸੇਲ ਦਾ ਨੋਟਿਸ ਭੇਜ ਦਿੰਦਾ ਕਿ ਭਾਈ ਤੁਹਾਡੀ ਕਿਸ਼ਤਾਂ ਨਹੀਂ ਆਈਆਂ, ਹੁਣ ਤੁਸੀਂ ਡਿਫਾਲਟਰ ਹੋ ਗਏ, ਈਦਰ ਯੂ ਹੈਵ ਟੂ ਪੇ ਐਵਰੀਥਿੰਗ, ਨਹੀਂ ਤਾਂ ਫਿਰ ਇਹ ਵਾਪਸ ਕਰ ਦਿਓ, ਤੁਹਾਡਾ ਜਿਹੜਾ ਲੋਨ ਹੈਗਾ ਸਾਨੂੰ ਵਾਪਸ ਕਰ ਦਿਓ, ਜਾਂ ਅਸੀਂ ਇਸ ਤਰੀਕੇ ਇਹਨੂੰ ਪਾਵਰ ਆਫ ਸੇਲ ਜਾਂ ਫੋਰਕਲੋਜ਼ਰ ਨਾਲ ਇਹਨੂੰ ਪ੍ਰਾਪਰਟੀ ਨੂੰ ਲੈ ਲਵਾਂਗੇ। ਹੁਣ ਕੌਣ ਚਾਹੇਗਾ ਕਿ ਜੇ ਇੰਨੀ ਜਦੋਜਹਿਦ ਤੋਂ ਬਾਅਦ ਅਸੀਂ ਪ੍ਰਾਪਰਟੀ ਲਈ ਸੀ, ਜਿਹੜੀ ਸਾਰੇ ਰਿਸੋਰਸਿਸ ਐਗਜ਼ੌਸਟ ਕਰਕੇ ਅਸੀਂ ਪ੍ਰਾਪਰਟੀ ਖਰੀਦੀ, ਉਸ ਤੋਂ ਬਾਅਦ ਉਹ ਬੈਂਕ ਜਿਹੜਾ ਹੈਗਾ ਆ ਸਿਰਫ ਕਿਉਂਕਿ ਅਸੀਂ ਬਿਮਾਰ ਹੋ ਗਏ ਜਾਂ ਅਸੀਂ ਡਿਸੇਬਲ ਹੋ ਗਏ ਜਾਂ ਡੈਥ ਹੋ ਗਈ ਤਾਂ ਉਹ ਸਾਡੇ ਹੱਥੋਂ ਪ੍ਰਾਪਰਟੀ ਜਾਂਦੀ ਲੱਗੇ। ਇਸ ਕਰਕੇ ਉਹਨੂੰ ਸਿਕਿਉਰ ਕਰਨਾ ਬਹੁਤ ਜ਼ਰੂਰੀ ਹੈਗਾ, ਜਿਸ ਲਈ ਮੌਰਗੇਜ ਇੰਸ਼ੋਰੈਂਸ ਦਾ ਪ੍ਰੋਡਕਟ ਬਣਿਆ ਹੈਗਾ। ਹੁਣ ਬੈਂਕ ਤੋਂ ਲੈਣਾ ਜਾਂ ਇੰਸ਼ੋਰੈਂਸ ਕੰਪਨੀ ਤੋਂ ਲੈਣਾ ਹੈਗਾ, ਇਹ ਤੁਹਾਨੂੰ ਉਸ ਵੇਲੇ ਕੰਪੇਅਰ ਕਰਨਾ ਪਏਗਾ ਕਿ ਤੁਹਾਨੂੰ ਜ਼ਿਆਦਾ ਬੈਨੀਫਿਟ ਕਿੱਥੇ ਹੈਗਾ। ਜੇ ਤੁਸੀਂ ਬੈਂਕ ਤੋਂ ਲੈਂਦੇ ਹੋ ਉਹਦੇ ਆਪਣੇ ਇੱਕ ਫੀਚਰਸ ਹੈਗੇ ਨੇ, ਜੇ ਤੁਸੀਂ ਇੰਸ਼ੋਰੈਂਸ ਕੰਪਨੀ ਤੋਂ ਲੈਂਦੇ ਹੋ ਤਾਂ ਉਹਦੇ ਅਲੱਗ-ਅਲੱਗ ਫੀਚਰਸ ਹੈਗੇ ਨੇ, ਇਹ ਤੁਸੀਂ ਖੁਦ ਡਿਸਾਈਡ ਕਰਨਾ ਹੈਗਾ। ਲੇਕਿਨ ਇਹ ਚੀਜ਼ ਜ਼ਰੂਰੀ ਹੈਗੀ ਜਿਹੜੀ ਇਹਦੇ ਵਿੱਚ ਦੋਨਾਂ ਦੇ ਵਿੱਚ ਜ਼ਰੂਰੀ ਹੈਗੀ ਹੈ ਕਿ ਅਗਰ ਤੁਸੀਂ ਮੌਰਗੇਜ ਲੈਂਦੇ ਹੋ, ਇੰਨੀ ਵੱਡੀ ਜ਼ਿੰਮੇਵਾਰੀ ਸਿਰ ਤੇ ਪਾਉਂਦੇ ਹੋ, ਤਾਂ ਉਸ ਜ਼ਿੰਮੇਵਾਰੀ ਨੂੰ ਅਗਰ ਕਵਰ ਨਹੀਂ ਕਰਦੇ ਤਾਂ ਤੁਸੀਂ ਸਿੰਪਲ ਇਹ ਚੀਜ਼ ਹੈਗਾ ਕਿ ਯੂ ਆਰ ਪੁਟਿੰਗ ਯੋਰਸੈਲਫ ਇਨਟੂ ਰਿਸਕ, ਬਹੁਤ ਵੱਡਾ ਰਿਸਕ ਲੈ ਰਹੇ ਹੋ। ਕੁਝ ਵੀ ਚੀਜ਼ਾਂ ਹੋ ਸਕਦੀਆਂ ਨੇ ਜ਼ਿੰਦਗੀ ਦੇ ਵਿੱਚ, ਡੈਥ, ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ, ਤਿੰਨੋਂ ਸੂਰਤਾਂ ਦੇ ਵਿੱਚ ਅਗਰ ਕਿਸ ਟੁੱਟਦੀ ਹੈਗੀ ਆ ਤੇ ਤੁਹਾਡਾ ਘਰ ਤੁਹਾਡਾ ਨਹੀਂ ਰਹੇਗਾ। ਜੀ ਸਰ, ਉਸ ਤੋਂ ਬਾਅਦ ਇਹ ਵੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਤਾਂ ਜਿਹੜੇ ਨੇ ਉਹ ਮੌਰਗੇਜ ਦੀ ਇੰਸ਼ੋਰੈਂਸ ਆਪਣੇ ਲੈਂਡਰ ਤੋਂ ਹੀ ਲੈ ਲੈਂਦੇ ਨੇ ਤੇ ਜਾਂ ਫਿਰ ਬੈਂਕਾਂ ਤੋਂ ਜਿਹੜੀ ਮੌਰਗੇਜ ਦੀ ਇੰਸ਼ੋਰੈਂਸ ਜਿਹੜੀ ਉਹ ਬੈਂਕਾਂ ਤੋਂ ਲੈ ਲੈਂਦੇ। ਜਦੋਂ ਬੈਂਕਾਂ ਤੇ ਜਾਂ ਫਿਰ ਅਸੀਂ ਗੱਲ ਕਰ ਲਈ ਲੈਂਡਰ ਤੋਂ ਇੰਸ਼ੋਰੈਂਸ ਮਿਲ ਜਾਂਦੀ ਆ ਤਾਂ ਫਿਰ ਕਿਸੇ ਕੰਪਨੀ ਤੋਂ ਇੰਸ਼ੋਰੈਂਸ ਲੈਣ ਦੀ ਲੋੜ ਕੀ ਪੈਂਦੀ ਹੈ? ਮੈਮ ਇਹਦੇ ਵਿੱਚ ਫਿਰ ਉਹੀ ਗੱਲ ਹੈਗੀ ਕਿ ਜਿਹੜੇ ਮੈਂ ਹੁਣੀ ਗੱਲ ਕਰਕੇ ਹਟਿਆ ਕਿ ਦੋਨਾਂ ਦਾ ਕੰਪੈਰੀਜ਼ਨ ਕਰਨਾ, ਜਿਹੜਾ ਦੇਖੋ ਆਪਾਂ ਨੂੰ ਇੱਕ ਚੀਜ਼ ਸਮਝਣੀ ਪਏਗੀ ਕਿ ਜਿਹੜਾ ਬੈਂਕ ਹੈਗਾ ਆ, ਜਦੋਂ ਬੈਂਕ ਆਪਣਾ ਪ੍ਰੋਡਕਟ ਵੇਚਦਾ ਹੈਗਾ ਤੇ ਬੈਂਕ ਨੇ ਉਸ ਪ੍ਰੋਡਕਟ ਨੂੰ ਕਵਰ ਕਰਨ ਲਈ ਹੀ ਇੰਸ਼ੋਰੈਂਸ ਕਰਨੀ ਹੈਗੀ ਆ। ਬੈਂਕ ਬੇਸਿਕਲੀ ਇੰਸ਼ੋਰੈਂਸ ਵੇਚਣ ਵਾਲੀਆਂ ਕੰਪਨੀਆਂ ਨਹੀਂ ਹੈਗੀਆਂ, ਕਿਉਂਕਿ ਇੰਸ਼ੋਰੈਂਸ ਵੇਚਣ ਲਈ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਨੇ। ਬੈਂਕ ਦਾ ਜਿਹੜਾ ਪ੍ਰੋਡਕਟ ਹੈਗਾ ਮੌਰਗੇਜ ਵਾਲਾ ਜਿਹੜਾ ਪ੍ਰੋਡਕਟ ਹੈਗਾ, ਉਹ ਮੌਰਗੇਜ ਦਾ ਪ੍ਰੋਡਕਟ ਹੈਗਾ, ਇੰਸ਼ੋਰੈਂਸ ਦਾ ਪ੍ਰੋਡਕਟ ਨਹੀਂ ਹੈਗਾ। ਯਾਨੀ ਕਿ ਉਹ ਮੌਰਗੇਜ ਤੁਹਾਨੂੰ ਪੈਸਾ ਦੇ ਰਹੇ ਨੇ ਐਂਡ ਦੇ ਵਾਂਟ ਟੂ ਸਿਕਿਉਰ ਦੈਟ ਮਨੀ ਓਨਲੀ। ਹੁਣ ਉਹਨਾਂ ਨੇ ਉਸ ਪੈਸੇ ਨੂੰ ਸਿਕਿਉਰ ਕਰਨ ਦਾ ਮਤਲਬ ਹੈਗਾ ਕਿ ਜਿਹੜੀ ਵੀ ਚੀਜ਼ ਉਹ ਜਿਹੜਾ ਪ੍ਰੋਡਕਟ ਵੇਚਣਗੇ ਉਹਦੇ ਵਿੱਚ ਉਹਨਾਂ ਦਾ ਮੰਤਵ ਸਿਰਫ ਇਹ ਹੋਏਗਾ ਕਿ ਕੱਲ ਨੂੰ ਅਗਰ ਤੁਸੀਂ ਡਿਫਾਲਟਰ ਹੋ ਜਾਂਦੇ ਹੋ ਤਾਂ ਉਹਨਾਂ ਦੇ ਪੈਸੇ ਵਾਪਸ ਆ ਜਾਣ। ਜੀ ਹੁਣ ਕੀ ਹੈਗਾ ਕਿ ਪਰਸਨਲ ਇੰਸ਼ੋਰੈਂਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਪਰਸਨਲ ਇੰਸ਼ੋਰੈਂਸ ਅਗਰ ਮੈਂ ਆਪਣੇ ਆਪ ਤੇ ਲਈ ਹੈਗੀ ਆ, ਮੈਂ ਅਗਰ ਡੈਥ ਦੇ ਕੇਸ ਦੇ ਵਿੱਚ ਮੇਰੀ ਫੈਮਿਲੀ ਨੂੰ ਰਕਮ ਮਿਲ ਜਾਂਦੀ ਹੈਗੀ ਤੇ ਮੇਰੀ ਫੈਮਿਲੀ ਉਸ ਰਕਮ ਨੂੰ ਜਿਵੇਂ ਮਰਜ਼ੀ ਇਸਤੇਮਾਲ ਕਰ ਸਕਦੀ ਹੈ, ਪਹਿਲੀ ਗੱਲ। ਦੂਸਰੀ ਗੱਲ ਹੈ ਕਿ ਅਗਰ ਬੈਂਕ ਦੇ ਵਿੱਚ ਮੈਂ ਇਹਨੂੰ ਕੰਪੇਅਰ ਕਰਾਂ ਤੇ ਬੈਂਕ ਨੇ ਕੀ ਕਰਨਾ ਹੈਗਾ ਕਿ ਅਗਰ ਇਹੀ ਡੈਥ ਦਾ ਸਿਨੈਰੀਓ ਹੈਗਾ, ਬੈਂਕ ਨੇ ਆਪਣੇ ਪੈਸੇ ਵਾਪਸ ਲੈ ਲੈਣੇ ਹੈਗੇ, ਕਿਸ਼ਤ ਉਹਨੇ ਐਡਜਸਟ ਕਰ ਦੇਣੀ ਹੈ, ਲੇਕਿਨ ਮੇਰੇ ਪਰਿਵਾਰ ਨੂੰ ਉਸ ਵਿੱਚੋਂ ਕੁਝ ਨਹੀਂ ਮਿਲੇਗਾ। ਯਾਨੀ ਕਿ ਬੈਂਕ ਨੇ ਸਿਰਫ ਆਪਣੀ ਰਕਮ ਨੂੰ ਹੀ ਸੁਰੱਖਿਅਤ ਕਰਨਾ ਹੈ ਮੌਰਗੇਜ ਇੰਸ਼ੋਰੈਂਸ ਦੇ ਵਿੱਚ, ਜਦਕਿ ਤੁਹਾਡੀ ਨਿੱਜੀ ਇੰਸ਼ੋਰੈਂਸ ਜਿਹੜੀ ਹੈਗੀ, ਜਿਹੜੀ ਤੁਸੀਂ ਇੰਸ਼ੋਰੈਂਸ ਕੰਪਨੀ ਤੋਂ ਬਾਈ ਕੀਤੀ ਹੈ, ਉਹਦੇ ਵਿੱਚ ਉਸ ਰਕਮ ਨਾਲ ਤੁਹਾਡਾ ਬੈਨੀਫੀਸ਼ਰੀ ਕੁਝ ਵੀ ਕਰ ਸਕਦਾ ਹੈ। ਚਾਹੇ ਉਹ ਲੋਨ ਅੱਧਾ ਵਾਪਸ ਕਰ ਦੇਵੇ, ਚਾਹੇ ਲੋਨ ਪੂਰਾ ਵਾਪਸ ਕਰ ਦੇਵੇ, ਚਾਹੇ ਉਸ ਲੋਨ ਨੂੰ ਅੱਧਾ ਵਾਪਸ ਕਰਕੇ ਤੇ ਇਨਵੈਸਟ ਕਰ ਦੇਵੇ, ਉਹ ਆਪਸ਼ਨਸ ਉਸ ਵਿਅਕਤੀ ਕੋਲ ਹੁੰਦੀ ਜਿਹੜਾ ਤੁਹਾਡਾ ਬੈਨੀਫੀਸ਼ਰੀ ਹੈਗਾ। ਲੇਕਿਨ ਬੈਂਕ ਤੋਂ ਲਈ ਗਈ ਮੌਰਗੇਜ ਇੰਸ਼ੋਰੈਂਸ ਦੇ ਵਿੱਚ ਜਿਹੜਾ ਬੈਨੀਫੀਸ਼ਰੀ ਹੈਗਾ ਉਹ ਬੈਂਕ ਹੁੰਦਾ ਹੈ ਖੁਦ। ਜੀ ਯਾਨੀ ਕਿ ਡੈਥ ਦੇ ਕੇਸ ਦੇ ਵਿੱਚ ਅਗਰ ਕਲੇਮ ਹੁੰਦਾ ਹੈਗਾ ਤਾਂ ਬੈਂਕ ਨੇ ਆਪਣੀ ਰਕਮ ਨੂੰ ਹੀ ਵਾਪਸ ਲੈਣਾ ਹੈਗਾ, ਬੈਂਕ ਨੇ ਤੁਹਾਡੇ ਪਰਿਵਾਰ ਨੂੰ ਪਲਟ ਕੇ ਕੁਝ ਵੀ ਨਹੀਂ ਦੇਣਾ ਹੈਗਾ। ਹੁਣ ਇੱਕ ਸਿਨੈਰੀਓ ਇਹ ਹੈਗਾ, ਫॉर ਐਗਜ਼ਾਮਪਲ ਮੈਂ $1 ਮਿਲੀਅਨ ਦਾ ਹੀ ਮੌਰਗੇਜ ਲੈ ਲਈ,
ਇੰਨੀ ਕਿ ਮੈਂ ਬੈਂਕ ਤੋਂ ਮਾਰਗੇਜ ਦੀ ਕਵਰੇਜ ਲੈ ਲਈ। ਡੈਥ ਦੇ ਸਿਨੈਰੀਓ ਦੇ ਵਿੱਚ ਬੈਂਕ ਨੇ, ਅੱਛਾ ਇਸ ਤੋਂ ਪਹਿਲਾਂ ਕੀ ਹੈ ਕਿ ਜਦੋਂ ਮੈਂ $1 ਮਿਲੀਅਨ ਦੀ ਇੰਸ਼ੋਰੈਂਸ ਲਈ ਡੈਫੀਨਿਟਲੀ ਮੈਂ ਤਾਂ ਪ੍ਰੀਮੀਅਮ ਪੇ ਕਰ ਦਿੱਤਾ ਜੀ ਬਿਲਕੁਲ। ਜਦ ਮੈਂ ਪ੍ਰੀਮੀਅਮ ਪੇ ਕਰ ਦਿੱਤਾ ਤੇ ਹੁਣ ਉਸ ਤੋਂ ਬਾਅਦ ਕੀ ਹੈਗਾ ਕਿ ਮੇਰੀ ਕਵਰੇਜ ਤਾਂ $1 ਮਿਲੀਅਨ ਦੀ ਹੈਗੀ ਆ। ਅਗਰ ਡੈਥ ਹੁੰਦੀ ਹੈਗੀ ਤਾਂ ਬੈਂਕ ਨੇ ਤਾਂ $1 ਮਿਲੀਅਨ ਦਾ ਕਲੇਮ ਲੈ ਕੇ ਪਾਲਿਸੀ ਨੂੰ ਖਤਮ ਕਰ ਦੇਣਾ, ਲੇਕਿਨ ਮੇਰੇ ਪਰਿਵਾਰ ਨੂੰ ਕੀ ਮਿਲਿਆ? ਕੁਝ ਵੀ ਨਹੀਂ। ਹੁਣ ਇਹਦੀ ਇਵਜ਼ ਦੇ ਵਿੱਚ ਅਗਰ ਮੈਂ ਆਪਣੀ ਪਰਸਨਲ ਇੰਸ਼ੋਰੈਂਸ ਕਰਵਾਈ ਹੈ ਤੇ ਹੋ ਸਕਦਾ ਹੈ ਕਿ $1 ਮਿਲੀਅਨ ਦੀ ਪਰਸਨਲ ਇੰਸ਼ੋਰੈਂਸ ਹੈ, ਲੇਕਿਨ ਮੇਰਾ ਲੋਨ ਵੀ $1 ਮਿਲੀਅਨ ਦਾ ਸੀ, ਤਾਂ ਉਹਦੇ ਵਿੱਚੋਂ ਮੇਰੇ ਕੋਲ ਮਰਜ਼ੀ ਹੈ, ਮੇਰੇ ਬੈਨੀਫੀਸ਼ੀਅਰੀ ਕੋਲ ਮਰਜ਼ੀ ਹੈ ਕਿ ਉਹ ਅੱਧੀ ਰਕਮ ਵਾਪਸ ਕਰਕੇ ਐਟਲੀਸਟ ਅੱਧੀ ਰਕਮ ਦੇ ਨਾਲ ਆਪਣਾ ਗੁਜ਼ਾਰਾ ਜਾਂ ਆਪਣੀ ਲਾਈਫ ਨੂੰ ਅੱਗੇ ਚਲਾ ਸਕਦੇ ਹੈਗੇ। ਸੋ ਜੋ ਆਪਾਂ ਇਸ ਤਰੀਕੇ ਨਾਲ ਕੰਪੇਅਰ ਕਰਦੇ ਹਾਂ ਤਾਂ ਇਹ ਡੈਫੀਨਿਟਲੀ ਇਟ ਮੇਕ ਸੈਂਸ ਕਿ ਅਗਰ ਸਾਡੀ ਆਪਣੀ ਪਰਸਨਲ ਇੰਸ਼ੋਰੈਂਸ ਹੈਗੀ ਹੈ ਤਾਂ ਉਹਦੇ ਵਿੱਚ ਅਸੀਂ ਆਪਣੀ ਰਕਮ ਨੂੰ ਆਪਣੀ ਮਰਜ਼ੀ ਦੇ ਨਾਲ ਇਸਤੇਮਾਲ ਕਰ ਸਕਦੇ ਹਾਂ ਜੀ। ਪਰ ਸਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਬੈਂਕ ਤੋਂ ਮਾਰਗੇਜ ਦੀ ਇੰਸ਼ੋਰੈਂਸ ਕਰਵਾਈ ਜਾਂਦੀ ਹੈ ਤਾਂ ਬੈਂਕ ਕੋਲ ਹੀ ਉਹ ਚੀਜ਼ ਰਹਿੰਦੀ ਹੈ, ਫਿਰ ਇਹਦਾ ਮਤਲਬ ਇਹ ਹੋਇਆ ਅਗਰ ਮੈਂ ਆਪਣੀ ਮਾਰਗੇਜ ਦੀ ਇੰਸ਼ੋਰੈਂਸ ਬੈਂਕ ਤੋਂ ਕਰਵਾਈ ਹੋਈ ਹੈ ਤਾਂ ਮੈਂ ਉਹ ਤਾਂ ਉਸ ਮਾਰਗੇਜ ਦੀ ਓਨਰ ਹੋਵਾਂਗੀ ਨਹੀਂ। ਮਾਰਗੇਜ ਇੰਸ਼ੋਰੈਂਸ ਦੀ ਡੈਫੀਨਿਟਲੀ ਬਿਲਕੁਲ ਇਹੀ ਸਭ ਤੋਂ ਵੱਡੀ ਸੱਚਾਈ ਹੈਗੀ ਕਿ ਉਹ ਮਾਰਗੇਜ ਇੰਸ਼ੋਰੈਂਸ ਦੇ ਨਾ ਤਾਂ ਤੁਸੀਂ ਉਹਦੇ ਮਾਲਿਕ ਹੈਗੇ ਹੋ, ਯਾਨੀ ਕਿ ਮਾਲਿਕ ਇਨ ਦਾ ਸੈਂਸ ਵੀ ਤੁਸੀਂ ਉਹਨੂੰ ਆਪਣੀ ਮਰਜ਼ੀ ਦੇ ਨਾਲ ਮੈਨੀਪੂਲੇਟ ਨਹੀਂ ਕਰ ਸਕਦੇ, ਉਹਦੇ ਵਿੱਚ ਫਲੈਕਸੀਬਿਲਿਟੀ ਨਹੀਂ ਹੈਗੀ ਤੁਹਾਡੀ ਮਰਜ਼ੀ ਮੁਤਾਬਕ। ਉਹ ਸੈਕੰਡ ਚੀਜ਼ ਹੈ ਤੁਹਾਡਾ ਬੈਨੀਫੀਸ਼ਰੀ, ਜਿਹੜੇ ਕਿ ਤੁਹਾਡੇ ਪਰਿਵਾਰਿਕ ਮੈਂਬਰ ਹੈਗੇ ਆ। ਤੁਹਾਡੀ ਨਿੱਜੀ ਪਾਲਿਸੀ 'ਚ ਤੁਹਾਡੇ ਪਰਿਵਾਰਿਕ ਮੈਂਬਰ ਤੁਹਾਡੇ ਬੈਨੀਫੀਸ਼ਰੀ ਹੈਗੇ ਆ, ਪਰ ਬੈਂਕ ਵਾਲੀ ਪਾਲਿਸੀ ਦੇ ਵਿੱਚ ਬੈਨੀਫੀਸ਼ਰੀ ਬੈਂਕ ਹੀ ਹੁੰਦਾ ਹੈ। ਇੱਕ ਚੀਜ਼ ਮਨਪ੍ਰੀਤ ਜੀ, ਦੂਸਰੀ ਚੀਜ਼ ਹੈਗੀ ਆ, ਮੰਨ ਲਓ ਮੈਂ ਆਪਣੀ ਨਿੱਜੀ ਪਾਲਿਸੀ ਕਰਵਾਈ, ਮੇਰੀ ਉਹ ਕਵਰੇਜ $1 ਮਿਲੀਅਨ ਦੀ ਹੈਗੀ ਆ ਤੇ 20 ਸਾਲ ਦੀ ਕਵਰੇਜ ਹੈਗੀ ਆ, ਉਹ 20 ਸਾਲ ਤੱਕ ਉਸਨੇ $1 ਮਿਲੀਅਨ ਦੀ ਕਵਰੇਜ ਹੀ ਦੇਣੀ ਹੈਗੀ ਆ। ਲੇਕਿਨ ਅਗਰ ਮੈਂ ਬੈਂਕ ਤੋਂ ਇੰਸ਼ੋਰੈਂਸ ਲੈਣਾ ਹੈ ਤੇ ਜਿੱਦਾਂ ਜਿੱਦਾਂ ਮੇਰਾ ਬੈਲੈਂਸ ਘਟਦਾ ਜਾਵੇਗਾ ਬੈਂਕ ਨੇ ਸਿਰਫ ਉਸ ਬੈਲੈਂਸ ਨੂੰ ਕਵਰ ਕਰਨਾ ਹੈ। ਸ਼ੁਰੂਆਤ 'ਚ $1 ਮਿਲੀਅਨ ਦੀ ਪਾਲਿਸੀ ਲਈ ਸੀ, ਪਰ ਅੱਜ ਅਗਰ ਮੇਰੇ ਕੋਲ ਆਊਟਸਟੈਂਡਿੰਗ ਮੇਰਾ ਬੈਲੈਂਸ $7 ਲੱਖ ਹੈ ਤੇ ਮੇਰੀ $7 ਲੱਖ ਦੀ ਕਵਰੇਜ ਰਹਿ ਗਈ, ਜਦਕਿ ਪ੍ਰੀਮੀਅਮ ਮੈਂ ਉਹੀ ਦੇ ਰਿਹਾ ਹੈਗਾ। ਪਾਲਿਸੀ ਦੀ ਕਵਰੇਜ ਘਟ ਗਈ। ਤੇ ਹੁਣ ਤੁਸੀਂ ਆਪ ਮੈਨੂੰ ਦੱਸੋ ਕਿ ਤੁਸੀਂ ਕਿਸ ਪਾਲਿਸੀ ਨਾਲ ਜਾਣਾ ਚਾਹੋਗੇ, ਜਿੱਥੇ ਅੱਜ ਇੱਕ ਕਵਰੇਜ $1 ਮਿਲੀਅਨ ਦੀ ਹੈ ਤੇ 20 ਸਾਲ ਤੱਕ ਮਿਲੀਅਨ ਕਵਰੇਜ ਰਹਿੰਦੀ ਹੈ, ਜਾਂ ਅੱਜ ਮਿਲੀਅਨ ਦੀ ਹੈਗੀ ਆ ਲੇਕਿਨ 4 ਸਾਲ ਬਾਅਦ 7 ਲੱਖ ਰਹਿੰਦੀ, ਬਟ ਯੂ ਆਰ ਪੇਇੰਗ ਦ ਸੇਮ। ਜੀ ਬਿਲਕੁਲ। ਤੇ ਉੱਥੇ ਫਿਰ ਬੈਟਰ ਹੈ ਕਿ ਬੰਦਾ ਉਹ ਇਹੀ ਚੂਜ਼ ਕਰੇਗਾ ਜਿਹਦੇ ਵਿੱਚ ਉਹਨੂੰ ਜ਼ਿਆਦਾ ਬੈਨੀਫਿਟ ਹੋਏਗਾ। ਬਿਲਕੁਲ ਜੀ। ਤੇ ਸਰ ਜੇਕਰ ਅਸੀਂ ਗੱਲ ਕਰ ਲਈਏ ਕਿ ਬੈਂਕ ਤੋਂ ਲਈ ਗਈ ਮਾਰਗੇਜ ਇੰਸ਼ੋਰੈਂਸ ਆ ਜਿਹੜੀ ਓਨਰ ਦੀ ਨਹੀਂ, ਮਤਲਬ ਮੇਰੀ ਨਹੀਂ ਹੈਗੀ, ਤਾਂ ਫਿਰ ਅਜਿਹੀਆਂ ਪਾਲਿਸੀ ਦੇ ਵਿੱਚ ਬੈਨੀਫੀਸ਼ੀਅਰੀ ਮੇਰੀ ਮਰਜ਼ੀ ਮੁਤਾਬਿਕ ਵੀ ਨਹੀਂ ਹੁੰਦਾ, ਜਿਵੇਂ ਤੁਸੀਂ ਗੱਲ ਕਰੀ ਹੈ। ਜੀ ਬਿਲਕੁਲ। ਤਾਂ ਫਿਰ ਉਹਦੇ ਵਿੱਚ ਬੈਨੀਫੀਸ਼ੀਅਰੀ ਕੌਣ ਹੋਏਗਾ? ਹੁਣ ਜਿੱਦਾਂ ਮੈਂ ਫॉर ਐਗਜ਼ਾਮਪਲ ਮੈਂ ਕ੍ਰਿਟੀਕਲ ਇਲਨੈਸ ਦੀ ਗੱਲ ਕਰਦਾ ਜਾਂ ਡਿਸੇਬਿਲਿਟੀ ਦੀ ਗੱਲ ਕਰਦਾ ਹੈਗਾ ਹਨਾ। ਹੁਣ ਡਿਸੇਬਿਲਿਟੀ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਅਗਰ ਡਿਸੇਬਿਲਿਟੀ ਹੋ ਗਈ ਤੇ ਬੈਂਕ ਨੇ ਤਾਂ ਆਪਣੀਆਂ ਪ੍ਰੀਮੀਅਮਸ ਨੂੰ ਐਡਜਸਟ ਕਰ ਲੈਣਾ ਹੈਗਾ, ਇੱਕ ਨੰਬਰ। ਦੂਸਰੀ ਗੱਲ ਹੈ ਕਿ ਜਿਹੜੀ ਬੈਂਕ ਦੀ ਡਿਸੇਬਿਲਿਟੀ ਪਾਲਿਸੀ ਹੈਗੀ ਆ ਉਹ ਮੈਕਸਿਮਮ ਕਵਰੇਜ 2 ਸਾਲ ਤੱਕ ਹੀ ਦਿੰਦੀ ਹੈਗੀ। 2 ਸਾਲ ਤੋਂ ਬਾਅਦ ਕਵਰੇਜ ਖਤਮ ਹੋ ਜਾਂਦੀ ਹੈ। ਆਈ ਹੈਵ ਟੂ ਪੇ ਆਫਟਰ ਦੈਟ। ਅਗਰ ਮੇਰੀ ਲੰਬੀ ਡਿਸੇਬਿਲਿਟੀ ਹੈਗੀ ਆ ਤਾਂ 2 ਸਾਲ ਬਾਅਦ 24 ਮੰਥਸ ਤੋਂ ਬਾਅਦ ਉਹ ਡਿਸੇਬਿਲਿਟੀ ਕਵਰ ਖਤਮ ਹੋ ਜਾਊਗਾ। ਲੇਕਿਨ ਜੇ ਮੈਂ ਪਰਸਨਲ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਲਈਏਗਾ ਤਾਂ ਉਹ ਅਪ ਟੂ ਦ ਏਜ 70 ਮੈਨੂੰ ਕਵਰ ਕਰ ਸਕਦੀ ਹੈ, ਨੰਬਰ 1। ਸੈਕੰਡ ਇਹ ਆ, ਜਿੰਨੇ ਇੰਸ਼ੋਰਰ ਇੱਥੇ ਜਿੰਨੇ ਬੈਂਕ ਹੈਗੇ ਨੇ, ਅਗਰ ਡਿਸੇਬਿਲਿਟੀ ਕਵਰੇਜ ਉਹਨਾਂ ਦੀ ਲਈ ਜਾਵੇ ਤਾਂ 3000 ਤੋਂ ਜ਼ਿਆਦਾ ਕਵਰੇਜ ਉਹ ਨਹੀਂ ਦਿੰਦੇ ਨੇ ਪਰ ਮੰਥ। ਫॉर एग्जांपल अगर कोई मैं डिसेबिलिटी इंश्योरेंस लिए तो उन्होंने कवरेज $3000 तो ज़्यादा नहीं होगी, पर जे मैं निजी अपनी पर्सनल डिसेबिलिटी इंश्योरेंस पॉलिसी लिए तो उहदे विच मैं अपनी आमदन के मुताबिक $5000, $6000 या $7000 तक भी डिसेबिलिटी बेनिफिट ले सकता है जी। हुण अगर मैं इनू कंपेयर करदा बैंक दे नाल और मैं ये मन के चलदा कि बस मेरे कोल बैंक दी कवरेज हैगी है, हुण मैनू जरूरत नहीं हैगी, $3000 तो बाद तो उन्होंने बंद कर देना हैगा, जबकि मेरी रिक्वायरमेंट ही $4000 या $5000 ਤਾਂ ਮਾਰਗੇਜ ਦੀ ਹੀ ਹੈਗੀ ਹੈ। ਤੇ ਹੁਣ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਅਗਰ ਮੈਂ ਅੰਡਰ ਇੰਸ਼ੋਰ ਹੈਗਾ ਤੇ ਉਹ ਬੈਲੈਂਸ ਪੈਸਾ ਕਿੱਥੋਂ ਆਵੇਗਾ, ਕਿਉਂਕਿ ਡਿਸੇਬਿਲਿਟੀ ਤੋਂ ਬਾਅਦ ਕੀ ਹੋਏਗਾ ਕਿ ਮੇਰੀ ਸਭ ਤੋਂ ਪਹਿਲਾਂ ਮੇਰੀ ਆਮਦਨ ਬੰਦ ਹੋਵੇਗੀ ਜੀ, ਠੀਕ ਹੈ। ਆਮਦਨ ਬੰਦ ਹੋਣ ਤੋਂ ਬਾਅਦ ਅਗਰ ਕੋਈ ਮੇਰਾ ਕੇਅਰ ਟੇਕਰ ਹੈਗਾ ਉਹਨੂੰ ਵੀ ਛੁੱਟੀਆਂ ਲੈ ਕੇ ਮੇਰੇ ਨਾਲ ਬੈਠਣਾ ਪਵੇਗਾ, 2 ਆਮਦਨਾਂ ਬੰਦ ਹੋ ਗਈਆਂ ਜੀ, ਲੇਕਿਨ ਖਰਚੇ ਐਜ਼ ਇਟ ਇਜ਼ ਚੱਲ ਰਹੇ ਨੇ। ਤੇ ਹੁਣ ਅਗਰ ਮੈਂ ਸਿਰਫ ਉਹ 3000 ਦੇ ਸਹਾਰੇ ਬੈਠਾ ਹੋਵਾਂ ਤਾਂ ਸ਼ਾਇਦ ਹੋ ਸਕਦਾ ਕਿ ਡਿਸੇਬਿਲਿਟੀ ਉਹਦਾ ਜਿਹੜਾ ਮਿਲਿਆ ਹੋਇਆ ਪੈਸਾ ਉਹ ਪੂਰਾ ਨਾ ਹੋਵੇ ਮੇਰੀ ਡਿਸੇਬਿਲਿਟੀ ਦੇ ਖਰਚੇ ਨੂੰ ਪੂਰਾ ਕਰਨ ਲਈ ਜੀ। ਸੋ ਇੱਕ ਨੰਬਰ ਇਹ ਚੀਜ਼। ਦੂਸਰੀ ਗੱਲ ਹੈ ਤੁਸੀਂ ਬੈਨੀਫੀਸ਼ਰੀ ਦੀ ਗੱਲ ਕੀਤੀ ਆ, ਜਦੋਂ ਡਿਸੇਬਿਲਿਟੀ ਮੇਰੀ ਪਰਸਨਲ ਪਾਲਿਸੀ ਹੈਗੀ ਤਾਂ ਮੈਂ ਖੁਦ ਬੈਨੀਫੀਸ਼ਰੀ ਹੈਗਾ ਕਿਉਂਕਿ ਮੈਂ ਅਲਾਈਵ ਹੈਗਾ ਤੇ ਉਹ ਪੇਮੈਂਟ ਮੈਨੂੰ ਮਿਲੇਗੀ, ਮੈਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਨੂੰ ਇਸਤੇਮਾਲ ਕਰ ਸਕਦਾ। ਪਰ ਜਦੋਂ ਬੈਂਕ ਤੋਂ ਡਿਸੇਬਿਲਿਟੀ ਪਾਲਿਸੀ ਲਈ ਹੁੰਦੀ ਹੈਗੀ ਹੈ ਜਿਹੜੀ ਮਾਰਗੇਜ ਨੂੰ ਕਵਰ ਕਰਦੀ ਹੈ ਤੇ ਉੱਥੇ ਫਿਰ ਬੈਂਕ ਹੀ ਉਹਦਾ ਬੈਨੀਫੀਸ਼ਰੀ ਹੈਗਾ ਜੀ। ਐਵੇਂ ਕ੍ਰਿਟੀਕਲ ਇਲਨੈਸ ਦੇ ਵਿੱਚ ਹੈਗਾ। ਕ੍ਰਿਟੀਕਲ ਇਲਨੈਸ ਦੇ ਵਿੱਚ ਅਗਰ ਮੈਨੂੰ ਕ੍ਰਿਟੀਕਲ ਇਲਨੈਸ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ, ਅਗਰ 100,000 ਦੀ ਜਾਂ 1 ਲੱਖ ਦੀ ਮੈਂ ਕ੍ਰਿਟੀਕਲ ਇਲਨੈਸ ਲਈ ਹੈਗੀ ਤਾਂ ਉਹਨਾਂ ਨੇ ਲੰਪਸਮ ਮੈਨੂੰ ਰਕਮ ਦੇ ਦੇਣੀ ਹੈ। ਮੈਂ ਉਸ ਰਕਮ ਨਾਲ ਚਾਹੇ ਘਰ ਦਾ ਖਰਚਾ ਚਲਾਵਾਂ ਜਾਂ ਮੈਂ ਉਹਦੀਆਂ ਕਿਸ਼ਤਾਂ ਵਾਪਸ ਕਰਾਂ, ਉਹ ਮੇਰੀ ਡਿਸਕ੍ਰਿਸ਼ਨ ਤੇ ਹੈ ਕਿਉਂਕਿ ਮੈਂ ਬੈਨੀਫੀਸ਼ਰੀ ਖੁਦ ਹੈ ਆਪਣੀ ਪਰਸਨਲ ਪਾਲਿਸੀ ਦੇ ਵਿੱਚ। ਪਰ ਬੈਂਕ ਤੋਂ ਲਈ ਗਈ ਕ੍ਰਿਟੀਕਲ ਇਲਨੈਸ ਜਿਹੜੀ ਆਪਾਂ ਮਾਰਗੇਜ ਦੇ ਨਾਲ ਲੈਣੇ ਹੈਗੀ ਆ ਉਹਦੇ ਵਿੱਚ ਬੈਂਕ ਹੀ ਬੈਨੀਫੀਸ਼ਰੀ ਹੈ। ਪਰ ਸਰ ਹਮੇਸ਼ਾ ਇਹ ਚੀਜ਼ ਦੇਖੀ ਗਈ ਆ ਕਿ ਜ਼ਿਆਦਾਤਰ ਲੋਕ ਨੇ ਪ੍ਰੈਫਰ ਕਰਦੇ ਨੇ ਕਿ ਅਸੀਂ ਬੈਂਕ ਤੋਂ ਹੀ ਜਿਹੜੀਆਂ ਮਾਰਗੇਜ
ਇੰਸ਼ੋਰੈਂਸ ਕਰਵਾਈਏ ਤਾਂ ਫਿਰ ਜਦੋਂ ਬੈਂਕ ਹੀ ਉਹਨਾਂ ਕੋਲ ਇਨ ਫਿਊਚਰ ਜਿਹੜੀ ਆ ਬੈਂਕ ਜਿਹੜੀ ਮਾਰਗੇਜ ਦੀ ਇੰਸ਼ੋਰੈਂਸ ਲਈ ਗਈ ਆ ਉਹਨਾਂ ਦੇ ਵੱਲੋਂ, ਜਦੋਂ ਉਹੀ ਉਸ ਚੀਜ਼ ਦੇ ਓਨਰ ਨਹੀਂ ਰਹਿਣਗੇ, ਉਹਨਾਂ ਨੂੰ ਬੈਨੀਫੀਸ਼ੀਅਰੀ ਉਹ ਨਹੀਂ ਰਹਿਣਗੇ, ਤਾਂ ਫਿਰ ਵੀ ਲੋਕ ਪ੍ਰੈਫਰ ਕਰਦੇ ਨੇ ਕਿਸੇ ਇੰਸ਼ੋਰੈਂਸ ਕੰਪਨੀ ਕੋਲ, ਏਜੰਟ ਕੋਲ ਜਾਣ ਦੀ ਬਜਾਏ ਬੈਂਕ ਕੋਲੋਂ ਲੈਣ ਦਾ। ਮਨਪ੍ਰੀਤ ਜੀ, ਦੋ ਰੀਜ਼ਨ ਹੈਗੇ ਇਹਦੇ। ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ, ਔਰ ਦੂਸਰੀ ਗੱਲ ਹੈ ਕਿ ਬੜਾ ਸੌਖਾ ਹੈਗਾ ਜਦੋਂ ਤੁਸੀਂ ਕਿਸੇ ਕਾਊਂਟਰ ਤੋਂ ਕੋਈ ਚੀਜ਼ ਪਰਚੇਜ਼ ਕਰ ਰਹੇ ਹੋ, ਜਿੱਦਾਂ ਅਸੀਂ ਨਾਰਮਲ ਅਸੀਂ ਦੇਖਦੇ ਹਾਂ ਕਿ ਵੱਡੇ ਸ਼ਾਪਿੰਗ ਮਾਲ 'ਚ ਜਾਂਦੇ ਹਾਂ, ਕੋਈ ਇੱਕ ਚੀਜ਼ ਮਿਲਦੀ ਪਈ ਉਹਦੇ ਨਾਲ ਦੂਸਰੀ ਚੀਜ਼ ਪਈ, ਅਸੀਂ ਕਹਿੰਦੇ ਚਲੋ ਇਹ ਵੀ ਕੰਮ ਆ ਜਾਏਗੀ, ਹੈ ਨਾ। ਔਰ ਅਗਰ ਉਹ ਸਾਨੂੰ ਪਰਸਿਊ ਕਰ ਰਹੇ ਨੇ, ਸਾਨੂੰ ਕਹਿ ਰਹੇ ਨੇ ਕਿ ਤੁਹਾਨੂੰ ਇਹ ਲੈ ਲੈਣੀ ਚਾਹੀਦੀ ਹੈ, ਤੇ ਕਈ ਵਾਰ ਝੇਪ ਦੇ ਨਾਲ, ਤੇ ਕਈ ਵਾਰ ਇਸ ਕਰਕੇ ਵੀ ਠੀਕ ਹੈ ਵੀ ਇਹ ਮਾੜੀ ਚੀਜ਼ ਨਹੀਂ, ਸਾਨੂੰ ਜੇ ਮਾਰਗੇਜ ਕਵਰੇਜ ਚਾਹੀਦੀ ਹੈ ਲੈ ਲੈਣੀ ਚਾਹੀਦੀ ਹੈਗੀ ਹੈ। ਬੈਨੀਫਿਟਸ ਜਿਹੜੇ ਹੈਗੇ ਕਿਉਂਕਿ ਸਮਝੇ ਨਹੀਂ ਹੁੰਦੇ, ਇਸ ਕਰਕੇ ਸਾਨੂੰ ਲੱਗਦਾ ਹੈਗਾ ਕਿ ਠੀਕ ਹੈ ਸਾਡੀ ਕਵਰੇਜ ਹੋ ਰਹੀ, ਦੈਟ ਇਜ਼ ਸਫੀਸ਼ੀਐਂਟ। ਜਦ ਕਿ ਬੈਂਕਸ ਕਈ ਮੈਂ ਸਾਰਿਆਂ ਦਾ ਨਾਮ ਨਹੀਂ ਲੈਂਦਾ, ਲੇਕਿਨ ਕੁਝ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਕਰਨ ਵਾਲੇ, ਉਹ ਨਾਲ ਕਰ ਦਿੰਦੇ, ਕੰਪਲਸ਼ਨ ਬਣਾਉਂਦੇ ਕਿ ਤੁਹਾਨੂੰ ਲੈਣੀ ਪਏਗੀ, ਇਸ਼ਾਰੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਕਹਿ ਦਿੰਦੇ ਕਿ ਤੁਹਾਨੂੰ ਲੈਣੀ ਪਏਗੀ ਤਾਂ ਹੀ ਤੁਹਾਡੀ ਮਾਰਗੇਜ ਹੋਵੇਗੀ। ਕਈ ਵਾਰ ਇਹ ਵੀ ਡਰ ਹੋ ਜਾਂਦਾ ਕਿ ਕਿਤੇ ਮਾਰਗੇਜ ਦੀ ਮੇਰੀ ਐਪਲੀਕੇਸ਼ਨ ਰਿਫਿਊਜ਼ ਨਾ ਹੋ ਜਾਏ ਜੇ ਮੈਂ ਇਹਨਾਂ ਨੂੰ ਨਾ ਕਰ ਦਿੱਤੀ, ਪਰ ਅਜਿਹਾ ਐਸਾ ਕੁਝ ਹੁੰਦਾ ਨਹੀਂ ਹੈਗਾ। ਦੂਸਰੀ ਗੱਲ ਇਹ ਹੈਗੀ ਕਿ ਜਦੋਂ ਬੈਂਕ ਤੋਂ ਇੰਸ਼ੋਰੈਂਸ ਲੈਣੀ ਆਸਾਨ ਹੈਗੀ ਕਿਉਂਕਿ ਅਸੀਂ ਆਲਰੇਡੀ ਇੱਕ ਪ੍ਰੋਡਕਟ ਪਰਚੇਜ਼ ਕਰ ਰਹੇ ਹੈਗੇ ਹਾਂ, ਉਸ ਵੇਲੇ ਸਾਡੇ ਲਈ ਉਸ ਕਿਸ਼ਤ ਦੇ ਵਿੱਚ ਛੋਟਾ ਜਿਹਾ ਪ੍ਰੀਮੀਅਮ ਐਡ ਕਰਵਾਉਣਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਲੱਗਦਾ ਹੈਗਾ। ਜਦਕਿ ਇੰਸ਼ੋਰੈਂਸ ਵਿੱਚ ਜਾ ਕੇ ਸਾਨੂੰ ਸੈਪਰੇਟ ਇੱਕ ਇੰਸ਼ੋਰੈਂਸ ਪਾਲਿਸੀ ਲੈਣੀ ਪਵੇਗੀ, ਤੇ ਸਾਨੂੰ ਲੱਗਦਾ ਹੈ ਕਿ ਉਹ ਟਾਈਮ ਕੰਜ਼ਿਊਮਿੰਗ ਵੀ ਹੋ ਸਕਦੀ ਹੈਗੀ ਆ, ਜਾਂ ਕਲੈਰਿਟੀ ਘੱਟ ਹੋਣ ਕਰਕੇ ਜਾਂ ਟਾਈਮ ਘੱਟ ਹੋਣ ਕਰਕੇ ਅਸੀਂ ਨਹੀਂ ਅਕਸਰ ਪਰਚੇਜ਼ ਕਰਦੇ। ਜਦ ਮੇਰੇ ਖਿਆਲ ਨਾਲ ਜੋ ਮੇਰੀ ਸਿਚੁਏਸ਼ਨ ਹੈਗੀ ਆ, ਹੋਣਾ ਇਹ ਚਾਹੀਦਾ ਕਿ ਜਦੋਂ ਤੁਸੀਂ ਮਾਰਗੇਜ ਇੰਸ਼ੋਰੈਂਸ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਰ ਲੈ ਰਹੇ ਹੋ, ਰਾਤੋਂ ਰਾਤ ਫੈਸਲਾ ਨਹੀਂ ਹੁੰਦਾ ਕਿ ਮੈਂ ਕੱਲ ਸਵੇਰੇ ਉੱਠ ਕੇ ਕਰ ਲੈਣਾ ਹੈਗਾ। ਇੱਕ ਪਲੈਨਿੰਗ ਹੈਗੀ ਹੈ ਜਿਹਦੇ ਵਿੱਚ ਕਿ ਤੁਹਾਡਾ ਹੋਮਵਰਕ ਪਹਿਲੇ ਤੋਂ ਹੋਣਾ ਚਾਹੀਦਾ ਹੈਗਾ ਕਿ ਜਦੋਂ ਮੈਂ ਮਾਰਗੇਜ ਲੈਣੀ ਹੈ ਕਿਹੜੀਆਂ ਚੀਜ਼ਾਂ ਦੀ ਲੋੜ ਪਏਗੀ। ਜੇਕਰ ਮੈਨੂੰ ਆਪਣੇ ਇਨਕਮ ਦੇ ਡਾਕੂਮੈਂਟਸ ਜਾਂ ਸੇਵਿੰਗ ਦੇ ਡਾਕੂਮੈਂਟਸ ਸ਼ੋ ਕਰਨੇ ਤਾਂ ਮੈਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਪੈਣੀ, ਤੇ ਜਦੋਂ ਮੈਨੂੰ ਇੰਸ਼ੋਰੈਂਸ ਦੀ ਲੋੜ ਪੈਣੀ ਤਾਂ ਮੈਂ ਉੱਥੇ ਵੀ ਆਪਣਾ ਹੋਮਵਰਕ ਕਰਾਂ ਕਿ ਕਿੱਥੇ ਮੈਨੂੰ ਬੈਟਰ ਡੀਲ ਮਿਲ ਸਕਦੀ ਹੈ, ਕਿੱਥੇ ਮੈਨੂੰ ਜ਼ਿਆਦਾ ਬੈਨੀਫਿਟ ਮਿਲ ਸਕਦੇ, ਕਿੱਥੇ ਮੈਂ ਆਪਣੇ ਉਸ ਰਕਮ ਨੂੰ ਇਨਵੈਸਟ ਕਰਾਂ ਤਾਂ ਕਿ ਮੈਨੂੰ ਉਸ ਦੀ ਪੂਰੀ ਡਾਲਰ ਦੀ ਕਾਸਟ ਵਾਪਸ ਹੋ ਜਾਵੇ। ਜੀ। ਤੇ ਸਰ ਉਸ ਤੋਂ ਬਾਅਦ ਅਗਰ ਗੱਲ ਕਰ ਲਈਏ, ਅਗਰ ਮੈਂ ਮਾਰਗੇਜ ਦੀ ਇੰਸ਼ੋਰੈਂਸ ਕਰਵਾਈ ਹੋਈ ਹੈ ਬਟ ਥੋੜੇ ਟਾਈਮ ਬਾਅਦ ਮੈਂ ਆਪਣਾ ਬੈਂਕ ਜਾਂ ਫਿਰ ਮੈਂ ਆਪਣਾ ਲੈਂਡਰ ਹੈ ਜਿਹੜਾ ਉਹ ਚੇਂਜ ਕਰਨਾ ਚਾਹ ਰਹੀ ਹਾਂ, ਤੇ ਮੇਰੀ ਪਾਲਿਸੀ ਉਹ ਚੱਲਦੀ ਰਹੇਗੀ ਫਿਰ? ਜੇ ਤੁਸੀਂ ਬੈਂਕ ਤੋਂ ਕਰਵਾਈ ਹੈਗੀ ਆ? ਜੀ, ਜੇ ਮੈਂ ਬੈਂਕ ਤੋਂ ਕਰਵਾਈ। ਮਨਪ੍ਰੀਤ ਜੀ, ਇਹੀ ਇੱਕ ਸਭ ਤੋਂ ਵੱਡਾ ਡਰਾਬੈਕ ਹੈਗਾ ਇਹਦੇ ਵਿੱਚ ਕਿ ਹੁਣ ਮੈਨੂੰ ਥੋੜੇ ਐਗਜ਼ਾਮਪਲ ਨਾਲ ਵੀ ਦੱਸਾਂਗਾ। ਪਹਿਲੀ ਗੱਲ ਹੈ ਕਿ ਜਦੋਂ ਮੈਂ ਬੈਂਕ ਤੋਂ ਮਾਰਗੇਜ ਲੈਣਾ ਹੈਗਾ, ਉਹ ਉਸ ਪਾਰਟਿਕੂਲਰ ਲੋਨ ਦੇ ਨਾਲ ਸੰਬੰਧਿਤ ਇੰਸ਼ੋਰੈਂਸ ਹੁੰਦੀ ਹੈਗੀ ਆ। ਅਗਰ ਲੋਨ ਜਾਂ ਕਮਿਟਮੈਂਟ ਖਤਮ ਹੋ ਗਈ ਉਸ ਬੈਂਕ ਦੇ ਨਾਲ, ਇਹਦਾ ਮਤਲਬ ਕਿ ਮੇਰਾ ਜਿਹੜਾ ਹੈਗਾ ਉਹ ਇੰਸ਼ੋਰੈਂਸ ਦੀ ਕਵਰੇਜ ਹੈਗੀ ਉਹ ਵੀ ਖਤਮ ਹੋ ਗਈ। ਫੋਰ ਐਗਜ਼ਾਮਪਲ, ਇੱਕ ਵਿਅਕਤੀ ਅਗਰ 35 ਸਾਲ ਦੀ ਉਮਰ ਦੇ ਵਿੱਚ ਉਸਨੇ ਬੈਂਕ ਤੋਂ ਮਾਰਗੇਜ ਲਈ, ਅੱਜ ਉਹ 35 ਸਾਲ ਦਾ ਵਿਅਕਤੀ ਹੈਗਾ, ਅੱਜ ਉਹਦੀ ਇੰਸ਼ੋਰੈਂਸ ਸ਼ੁਰੂ ਹੋ ਗਈ, ਲੇਕਿਨ 5 ਸਾਲ ਬਾਅਦ ਨਾਰਮਲੀ ਇੱਥੇ ਕੀ ਹੁੰਦਾ, ਅਮੋਰਟਾਈਜੇਸ਼ਨ ਪੀਰੀਅਡ ਜਿਹੜਾ ਵੈਸੇ 25 ਸਾਲ ਹੈ, ਲੇਕਿਨ 5 ਸਾਲਾਂ ਬਾਅਦ ਇੱਕ ਵਾਰ ਬੈਂਕ ਇੰਟਰਸਟ ਰੇਟ ਨੂੰ ਰਿਵਿਊ ਕਰਦਾ ਹੈ। ਔਰ ਅਕਸਰ ਦੇਖਿਆ ਗਿਆ ਕਿ ਜੇਕਰ ਅਸੀਂ A ਬੈਂਕ ਤੋਂ ਇਸ ਵਾਰ ਮਾਰਗੇਜ ਲਈਏ ਤੇ 5 ਸਾਲਾਂ ਬਾਅਦ ਸਾਨੂੰ ਬੈਟਰ ਰੇਟਸ ਦੀ ਲੋੜ ਹੁੰਦੀ ਹੈ ਤਾਂ ਅਸੀਂ B ਕੋਲ ਚਲੇ ਜਾਂਦੇ ਹੈਗੇ। ਹੁਣ ਜਦੋਂ A ਲੈਂਡਰ ਜਾਂ B ਲੈਂਡਰ ਜਿਹੜਾ ਹੈਗਾ ਆ, ਅਗਰ ਮੰਨ ਲਓ ਇੱਕ ਬੈਂਕ ਤੋਂ ਅਸੀਂ ਦੂਸਰੇ ਬੈਂਕ ਜਾਂਦੇ ਹਾਂ ਤਾਂ ਜਦੋਂ ਅਸੀਂ ਉਹਨੂੰ ਬੈਂਕ ਨੂੰ ਸ਼ਿਫਟ ਕੀਤਾ ਤੇ ਸਾਡੀ ਮਾਰਗੇਜ ਦੀ ਜਾਂ ਮਾਰਗੇਜ ਇੰਸ਼ੋਰੈਂਸ ਦੀ ਕਮਿਟਮੈਂਟ ਖਤਮ ਹੋ ਗਈ। ਇਟ ਮੀਨਸ ਪਹਿਲੇ ਮੈਂ 35 ਦਾ ਸੀ ਤੇ ਹੁਣ ਮੈਂ 40 ਦਾ ਹੋ ਗਿਆ, ਤੇ ਹੁਣ ਮੈਨੂੰ 40 ਸਾਲ ਦੀ ਉਮਰ ਦੇ ਵਿੱਚ ਨਵੀਂ ਇੰਸ਼ੋਰੈਂਸ ਫਿਰ ਪਰਚੇਸ ਕਰਨੀ ਪਵੇਗੀ। ਹੁਣ ਇਹਨਾਂ 50 ਸਾਲਾਂ ਦੇ ਵਿੱਚ ਹੋ ਸਕਦਾ ਕਿ ਮੇਰੀ ਸਿਹਤ ਸਹੀ ਨਾ ਹੋਵੇ, ਮੇਰੀ ਸਿਹਤ ਦੇ ਵਿੱਚ ਬਦਲਾਅ ਆ ਚੁੱਕਾ ਹੋਵੇ ਤੇ ਮੈਂ ਇੰਸ਼ੋਰੈਂਸ ਲੈਣ ਦੇ ਕਾਬਿਲ ਨਹੀਂ ਰਿਹਾ। ਤੇ ਹੁਣ ਕੀ ਹੋਵੇਗਾ ਕਿ ਹਰ 5 ਸਾਲਾਂ ਬਾਅਦ, ਜੇ ਮੈਂ ਤੰਦਰੁਸਤ ਹੈਗਾ ਤਦ ਵੀ ਹਰ 5 ਸਾਲਾਂ ਬਾਅਦ ਜੇਕਰ ਮੈਂ ਬੈਂਕ ਬਦਲਦਾ ਤੇ ਮੇਰੀ ਹਰ 5 ਸਾਲਾਂ ਬਾਅਦ ਇੰਸ਼ੋਰੈਂਸ ਮਹਿੰਗੀ ਹੁੰਦੀ ਜਾਵੇਗੀ, ਕਿਉਂਕਿ ਉਹ ਇੰਸ਼ੋਰੈਂਸ ਉਮਰ ਦੇ ਮੁਤਾਬਕ ਚਾਰਜ ਹੋਵੇਗੀ। ਜੀ ਸਰ, ਜੇਕਰ ਹੁਣ ਜੇ ਮੈਂ ਬੈਂਕ ਤੋਂ ਵਿੱਚੋਂ ਆਪਣੀ ਜਿਹੜੀ ਆ ਮਾਰਗੇਜ ਇੰਸ਼ੋਰੈਂਸ ਲਈ ਹੋਈ ਆ, ਤਾਂ ਜਿਹੜੀ ਮੇਰੀ ਬਾਕੀ ਇੰਸ਼ੋਰੈਂਸ ਨੇ, ਬਾਕੀ ਜਿਹੜੇ ਲੋਨ ਨੇ ਉਹ ਵੀ ਇਹਦੇ ਵਿੱਚ ਕਵਰ ਹੁੰਦੇ ਨੇ, ਜਿਵੇਂ ਕਿ ਕਾਰ ਲੋਨ ਜਾਂ ਫਿਰ ਮੈਂ ਜਿਹੜਾ ਕ੍ਰੈਡਿਟ ਕਾਰਡ ਲੋਨ ਆ, ਉਹ ਸਾਰੇ ਕਵਰ ਕਰਦੇ ਇਹ ਚੀਜ਼? ਦੇਖੋ, ਇੱਕ ਪ੍ਰੋਡਕਟ ਦੇ ਵਿੱਚ ਨਹੀਂ ਹੋਏਗਾ, ਉਹਨਾਂ ਦੇ ਹਰ ਪ੍ਰੋਡਕਟ ਲਈ ਅਲੱਗ-ਅਲੱਗ ਕਵਰੇਜ ਹੋਵੇਗੀ। ਜਦਕਿ ਇੰਸ਼ੋਰੈਂਸ ਦੇ ਵਿੱਚ ਇਦਾਂ ਦੇ ਪ੍ਰੋਡਕਟਸ ਹੈਗੇ ਕਿ ਤੁਸੀਂ ਇੱਕ ਪ੍ਰੋਡਕਟ ਲਿਆ, ਉਹਦੇ ਵਿੱਚ ਤੁਹਾਡੇ ਕਾਰ ਲੋਨਸ, ਕ੍ਰੈਡਿਟ ਲੋਨਸ ਜਾਂ ਤੁਹਾਡਾ ਮਾਰਗੇਜ ਲੋਨ ਕਵਰ ਹੋ ਸਕਦਾ ਹੈਗਾ। ਯਾਨੀ ਕਿ ਵਨ ਸਟਾਪ ਸ਼ਾਪ ਹੋ ਗਈ। ਤੁਸੀਂ ਅਗਰ ਇੱਕੋ ਪਾਲਿਸੀ ਲੈਂਦੇ ਹੋ, ਅਗਰ ਮਾਰਗੇਜ ਦੀ ਕਵਰੇਜ ਕਰਵਾਉਣੀ ਹੈਗੀ ਹੈ, ਕੋਈ ਹੋਰ ਕਾਰ ਦਾ ਲੋਨ ਹੈਗਾ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਹੈਗਾ, ਦੈਟ ਇਜ਼ ਕਵਰਡ ਅੰਡਰ ਦੈਟ ਪਾਲਿਸੀ, ਵਨ ਪਾਲਿਸੀ। ਲੇਕਿਨ ਬੈਂਕ ਦੇ ਵਿੱਚ ਅਜਿਹਾ ਨਹੀਂ ਹੈਗਾ। ਬੈਂਕ 'ਚ ਅਲੱਗ-ਅਲੱਗ ਪ੍ਰੋਡਕਟਸ, ਹਰ ਪ੍ਰੋਡਕਟ ਲਈ, ਹਰ ਲੋਨ ਲਈ ਅਲੱਗ ਪ੍ਰੋਡਕਟ ਚਾਹੀਦਾ ਹੈਗਾ। ਤੇ ਸਰ, ਜਦੋਂ ਤੁਸੀਂ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹੋ ਮਾਰਗੇਜ ਦੀ, ਤੁਹਾਡੇ ਜਿਹੜੀ ਇੰਸ਼ੋਰੈਂਸ ਪ੍ਰੋਵਾਈਡ ਹੁੰਦੀ ਆ ਉਹਦੇ ਵਿੱਚ ਇਹ ਚੀਜ਼ਾਂ ਕਵਰ ਕੀਤੀਆਂ ਜਾਂਦੀਆਂ ਨੇ? ਡੈਫੀਨਿਟਲੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ। ਮਤਲਬ ਉਹਦੇ ਵਿੱਚ ਵੀ ਇਦਾਂ ਹੈਗਾ ਕਿ ਤੁਸੀਂ ਮਾਰਗੇਜ ਪ੍ਰੋਟੈਕਸ਼ਨ ਲੈਣੀ ਕਿ ਕ੍ਰੈਡੀਟਰ ਪ੍ਰੋਟੈਕਸ਼ਨ ਲੈਣੀ ਹੈਗੀ ਹੈ। ਅਗਰ ਤੁਸੀਂ ਕ੍ਰੈਡੀਟਰ ਪ੍ਰੋਟੈਕਸ਼ਨ ਲੈਂਦੇ ਹੋ ਤੇ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ ਨੇ ਵੀ ਉਹ ਜਿੰਨੇ ਵੀ ਲੋਨ ਤੁਹਾਡੇ ਸਿਰ ਦੇ ਉੱਤੇ ਕੋਈ ਆਊਟਸਟੈਂਡਿੰਗ ਹੈਗੇ, ਦੈਟ ਇਜ਼ ਕਵਰਡ ਅੰਡਰ ਦੈਟ ਪਾਲਿਸੀ। ਜੀ। ਤੇ ਸਰ, ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕਿ ਜਿਵੇਂ ਇੰਡੀਵਿਜੂਅਲ ਨੇ, ਕਿਸੇ ਨੇ ਬੈਂਕ ਤੋਂ ਜਿਹੜਾ ਮਾਰਗੇਜ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਅਸੀਂ, ਕਿ ਮਾਰਗੇਜ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਉਹਦੇ ਕਲੇਮ ਲੈਣ ਦੇ ਟਾਈਮ ਆ ਜਿਹੜੀ ਕਾਫੀ ਮੁਸ਼ਕਲ ਆਉਂਦੀਆਂ ਨੇ, ਤਾਂ ਕਿੱਥੋਂ ਕਲੇਮ ਲੈ ਸਕਦੇ ਨੇ ਉਹਦਾ?
ਦੇਖੋ ਜਿਹੜਾ ਬੈਂਕ ਹੈਗਾ, ਜਿਹੜਾ ਬੈਂਕ ਤੇ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਕੰਪੇਅਰ ਕਰਦੇ ਆ ਤਾਂ ਉਹਦੇ ਵਿੱਚ ਇੱਕ ਨਾ ਵਰਡ ਹੁੰਦਾ, ਉਹਨੂੰ ਅੰਡਰ ਰਾਈਟਿੰਗ ਕਹਿੰਦੇ ਹੈਗੇ ਆ। ਅੰਡਰ ਰਾਈਟਿੰਗ ਦਾ ਮਤਲਬ ਹੈਗਾ ਕਿ ਅਸੀਂ ਜਦੋਂ ਇੰਸ਼ੋਰੈਂਸ ਦੀ ਐਪਲੀਕੇਸ਼ਨ ਦਿੰਦੇ ਹੈਗੇ ਆ, ਉਹ ਇੰਸ਼ੋਰੈਂਸ ਦੀ ਐਪਲੀਕੇਸ਼ਨ ਦੇ ਵਿਚਲੇ ਕੁਐਸਚਨਸ ਨੂੰ ਜਿਹੜੇ ਅਸੀਂ ਆਨਸਰ ਦਿੱਤੇ ਆ ਉਹਨਾਂ ਨੂੰ ਦੇਖ ਕੇ ਨਿਰਧਾਰਿਤ ਕਰਦੇ ਨੇ ਕਿ ਸਾਨੂੰ ਇੰਸ਼ੋਰੈਂਸ ਮਿਲ ਵੀ ਸਕਦੀ ਹੈ ਕਿ ਨਹੀਂ ਮਿਲ ਸਕਦੀ। ਇਹਨੂੰ ਅੰਡਰ ਰਾਈਟਿੰਗ ਦੀ ਪ੍ਰੋਸੈਸ ਕਹਿੰਦੇ ਨੇ। ਨਾਰਮਲੀ ਕੀ ਹੈਗਾ ਕਿ ਜਿਹੜੀ ਬੈਂਕ ਦੀ ਇੰਸ਼ੋਰੈਂਸ ਹੈਗੀ ਆ ਤੇ ਲਾਈਫ ਇੰਸ਼ੋਰੈਂਸ ਦੀ, ਜਿਹਦਾ ਅਸੀਂ ਲਾਈਫ ਇੰਸ਼ੋਰੈਂਸ ਕੰਪਨੀ ਤੋਂ ਇੰਸ਼ੋਰੈਂਸ ਲੈਣੇ ਹੈਗੇ ਆ, ਦੋਨਾਂ ਦੇ ਵਿੱਚ ਅੰਡਰ ਰਾਈਟਿੰਗ ਦੇ ਵਿੱਚ ਬੜਾ ਫਰਕ ਹੈਗਾ। ਕਿਉਂਕਿ ਜਿਹੜੀ ਲਾਈਫ ਇੰਸ਼ੋਰੈਂਸ ਕੰਪਨੀ ਤੋਂ ਅਸੀਂ ਇੰਸ਼ੋਰੈਂਸ ਲੈਣੇ ਆ, ਉਹਦੀ ਜਿਹੜੀ ਅੰਡਰ ਰਾਈਟਿੰਗ ਹੈ ਅਪ ਫਰੰਟ ਹੁੰਦੀ ਹੈਗੀ ਆ। ਯਾਨੀ ਕਿ ਤੁਸੀਂ ਪਹਿਲੇ ਅੰਡਰ ਰਾਈਟ ਕੀਤੇ ਜਾਓਗੇ, ਪਹਿਲੇ ਉਹ ਕਹਿ ਲਓ ਕਿ ਛਾਨਣੀ 'ਚ ਛਾਨੇ ਜਾਓਗੇ, ਫਿਰ ਹੀ ਤੁਹਾਨੂੰ ਇੰਸ਼ੋਰੈਂਸ ਮਿਲੇਗਾ। ਜਦ ਕਿ ਉਹਦੇ ਵਿੱਚ ਜਿਹੜੀ ਹੈਗੀ ਆ ਕਲੇਮ ਦੇ ਟਾਈਮ ਤੇ ਅੰਡਰ ਰਾਈਟਿੰਗ ਹੁੰਦੀ ਹੈ ਬੈਂਕ ਦੀ ਕਲੇਮ ਦੇ ਵਿੱਚ। ਹੁਣ ਕਈ ਵਾਰ ਕੀ ਹੁੰਦਾ ਹੈਗਾ ਕਿ ਅਸੀਂ ਜਾਣੇ ਅਣਜਾਣੇ ਦੇ ਵਿੱਚ ਜਾਂ ਚੀਜ਼ ਨੂੰ ਸਮਝਣ ਦੇ ਬਿਨਾਂ ਅਸੀਂ ਉੱਥੇ ਜਾਂ ਕੋਈ ਹੈਲਥ ਇਸ਼ੂ ਨੂੰ ਨਾ ਡਿਸਕਸ ਕੀਤਾ ਹੁੰਦਾ, ਅਸੀਂ ਉਹ ਪਾਲਿਸੀ ਲੈ ਲੈਂਦੇ ਹੈਗੇ ਆ। ਤੇ ਜਦੋਂ ਕਲੇਮ ਆਉਂਦਾ ਹੈਗਾ ਤੇ ਜੇਕਰ ਤੁਹਾਡੀ ਅੰਡਰ ਰਾਈਟਿੰਗ ਪਹਿਲੇ ਹੋਈ ਹੈਗੀ ਆ ਤੇ ਤੁਸੀਂ ਆਲਰੇਡੀ ਉਸ ਚੋਂ ਨਿਕਲ ਚੁੱਕੇ ਹੋ, ਕ੍ਰਾਈਟੇਰੀਆ ਚੋਂ ਨਿਕਲ ਚੁੱਕੇ ਹੋ, ਤਾਂ ਕੰਪਨੀ ਦਾ ਫਰਜ਼ ਬਣਦਾ ਹੈ ਕਿ ਤੁਹਾਨੂੰ ਕਲੇਮ ਦੇਵੇ। ਲੇਕਿਨ ਜੇਕਰ ਕਲੇਮ ਦੇ ਵੇਲੇ ਅੰਡਰ ਰਾਈਟਿੰਗ ਹੋਏਗੀ ਤਾਂ ਹੋ ਸਕਦਾ ਹੈਗਾ ਕਿ ਕੋਈ ਐਸਾ ਬਹਾਨਾ ਲੱਭ ਕੇ ਜਾਂ ਕੋਈ ਐਸੀ ਗੱਲਬਾਤ ਮਿਲ ਜਾਵੇ ਜਿਸ ਕਰਕੇ ਤੁਹਾਡਾ ਕਲੇਮ ਡਿਨਾਈ ਕੀਤਾ ਜਾ ਸਕਦਾ ਹੈਗਾ। ਸੋ ਪਰਸਨਲ ਪਾਲਿਸੀ ਹਮੇਸ਼ਾ ਹੀ ਅੰਡਰ ਰਾਈਟ ਪਹਿਲੇ ਹੁੰਦੀ ਹੈ ਤੇ ਤੁਸੀਂ ਸ਼ੋਰ ਹੋ ਸਕਦੇ ਹੋ ਕਿ ਜੇਕਰ ਮੈਨੂੰ ਇਹ ਪਾਲਿਸੀ ਮਿਲੀ ਹੈ, ਇੰਸ਼ੋਰੈਂਸ ਕੰਪਨੀ ਨੇ ਮੈਨੂੰ ਪਾਲਿਸੀ ਜਾਰੀ ਕੀਤੀ ਹੈ, ਤਾਂ ਮੇਰਾ ਕਲੇਮ ਮਿਲਣਾ 100% ਲਾਜ਼ਮੀ ਹੋ ਸਕਦਾ ਅਗਰ ਮੈਂ ਕਿਸ਼ਤਾਂ ਟਾਈਮ ਸਿਰ ਭਰ ਰਿਹਾ ਜਾਂ ਮੈਂ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਹੜਾ ਇੰਸ਼ੋਰੈਂਸ ਪਾਲਿਸੀ ਦੀ ਐਕਸਕਲੂਜਨ ਦੇ ਵਿੱਚ ਆਉਂਦਾ ਹੈਗਾ। ਤੇ ਸਰ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਬੈਂਕ ਤੋਂ, ਜਿਵੇਂ ਮੇਰੇ ਕੁਐਸਚਨ ਸੀਗਾ ਕਿ ਮੁਸ਼ਕਿਲ ਆਉਂਦੀ ਹੈ ਥੋੜੀ ਜਿਹੀ, ਕਿਸ ਤਰ੍ਹਾਂ ਉਹਨੂੰ ਅਸੀਂ ਕਲੇਮ ਲੈ ਸਕਦੇ ਹਾਂ ਜਦੋਂ ਕਿਸੇ ਇੰਸ਼ੋਰੈਂਸ ਕੰਪਨੀ ਵੱਲੋਂ ਮਾਰਗੇਜ ਦੀ ਇੰਸ਼ੋਰੈਂਸ ਕਰਵਾਈ ਜਾਂਦੀ ਆ, ਤਾਂ ਉਸ ਟਾਈਮ ਜਿਹੜੀ ਆ ਇਹ ਸਾਰਾ ਕਲੇਮ ਕਰਵਾ ਕੇ ਦੇਣਾ ਇੰਸ਼ੋਰੈਂਸ ਕੰਪਨੀ ਦਾ ਉੱਪਰ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਤੁਸੀਂ ਅਗਰ ਸਪੋਜ਼ ਤੁਹਾਡੇ ਕੋਲ ਕਿਸੇ, ਮੈਂ ਹੀ ਆਪਣੀ ਮਾਰਗੇਜ ਦੀ ਇੰਸ਼ੋਰੈਂਸ ਕਰਵਾਈ ਹੋਈ ਆ, ਤਾਂ ਮੈਂ ਆਪਣਾ ਕਲੇਮ ਲੈਣਾ, ਉਸ ਟਾਈਮ ਕੀ ਹੋਏਗਾ ਕਿ ਮੇਰੀ ਜਿਹੜੀ ਕਲੇਮ ਦੀ ਰਕਮ ਤੁਸੀਂ ਸਾਰੀ ਕਵਰ ਕਰਕੇ ਦੋਗੇ ਜਾਂ ਫਿਰ ਮੁਸ਼ਕਿਲ ਹੈ ਜਿਵੇਂ ਬੈਂਕ ਤੋਂ ਮੈਨੂੰ ਆਉਂਦੀ ਹੈ ਅੰਡਰ ਰਾਈਟ ਕਰਨ ਦੀ, ਤਾਂ ਉਸੇ ਤਰ੍ਹਾਂ ਮੈਨੂੰ ਫੇਸ ਕਰਨੀ ਪਏਗੀ? ਮਨਪ੍ਰੀਤ ਜੀ ਦੇਖੋ, ਮੈਂ ਇਹ ਨਹੀਂ ਕਹਿੰਦਾ ਹੈਗਾ ਕਿ ਬੈਂਕ ਦੇ ਵਿੱਚ ਮੁਸ਼ਕਲ ਹੈ ਤੇ ਉਹਦੇ ਵਿੱਚ ਆਸਾਨ ਹੈ। ਪ੍ਰੋਸੈਸ ਹੁੰਦਾ ਹੈਗਾ ਕਿ ਜਦੋਂ ਮੰਨ ਲਓ ਕੋਈ ਕਲੇਮ ਦੀ ਸਿਚੁਏਸ਼ਨ ਆਉਂਦੀ ਹੈਗੀ ਹੈ, ਡੈਥ ਦਾ ਕਲੇਮ ਹੈ ਤੇ ਮੇਰੇ ਬੈਨੀਫੀਸ਼ੀਅਰੀਜ਼ ਉਹਦੇ ਵਿੱਚ ਕਰਨਗੇ, ਹੈ ਨਾ। ਅਗਰ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਿਟੀ ਦਾ ਹੈਗਾ ਤਾਂ ਉਹਦੇ ਵਿੱਚ ਮੇਰੇ ਜਿਹੜੇ ਹੈਗੇ ਜਾਂ ਮੈਂ ਖੁਦ ਹੀ ਕਰਾਂਗਾ ਕਿਉਂਕਿ ਮੈਂ ਅਲਾਈਵ ਹੈਗਾ। ਅਗਰ ਮੈਂ ਕੋਈ ਚੀਜ਼, ਜਿੱਦਾਂ ਹੁਣ ਪ੍ਰੋਸੈਸ ਦੀ ਗੱਲ ਹੈਗੀ ਆ, ਹਰ ਇੱਕ ਦਾ ਇੱਕ ਪ੍ਰੋਸੀਜਰ ਹੈਗਾ, ਇੰਸ਼ੋਰੈਂਸ ਕੰਪਨੀ ਦਾ ਪ੍ਰੋਸੀਜਰ ਵੀ ਹੈਗਾ ਤੇ ਬੈਂਕ ਦਾ ਪ੍ਰੋਸੀਜਰ ਵੀ ਹੈਗਾ। ਥੋੜਾ ਜਿਹਾ ਮੈਂ ਆਪਣੇ, ਜਿੱਦਾਂ ਹੁਣ ਮੈਂ ਬੀਇੰਗ ਐਡਵਾਈਜ਼ਰ, ਜਦੋਂ ਸਾਡੇ ਕੋਲ ਕੋਈ ਇਦਾਂ ਦੀ ਚੀਜ਼ ਆਉਂਦੀ ਆ, ਕਿਸੇ ਦੀ ਡੈਥ ਜਾਂ ਕਿਸੇ ਦੀ ਡਿਸੇਬਿਲਿਟੀ ਹੁੰਦੀ ਹੈ ਕਿ ਅਸੀਂ ਆਪਣੇ ਵੱਲੋਂ ਪੂਰੀ ਐਫਰਟ ਕਰਦੇ ਹਾਂ ਤਾਂ ਕਿ ਉਹ ਕਲੇਮ ਜਲਦੀ ਤੋਂ ਜਲਦੀ, ਕਿਉਂਕਿ ਠੀਕ ਹੈ ਕਲੇਮ ਅਸੀਂ ਨਹੀਂ ਦੇਣਾ ਲੇਕਿਨ ਅਸੀਂ ਉਸ ਨੂੰ ਫੈਸਿਲਿਟੇਟ ਕਰ ਦਿੰਦੇ ਹੈਗੇ ਆ। ਪ੍ਰੋਸੈਸ ਬੈਂਕ ਦੇ ਵਿੱਚ ਵੀ ਉਹੀ ਹੈਗੀ ਆ, ਲੇਕਿਨ ਫਿਰ ਉਹੀ ਗੱਲ ਹੈ ਕਿ ਅਗਰ ਪੋਸਟ ਕਲੇਮ ਵੇਲੇ ਯਾਨੀ ਕਿ ਕਲੇਮ ਲੈਣ ਵੇਲੇ ਅੰਡਰ ਰਾਈਟਿੰਗ ਹੁੰਦੀ ਹੈ ਤਾਂ ਫਿਰ ਉਸ 'ਚ ਸਾਡਾ ਕੋਈ ਕੰਟਰੋਲ ਨਹੀਂ ਹੈਗਾ, ਕਿਉਂਕਿ ਜਦੋਂ ਤੁਸੀਂ ਬੈਂਕ ਤੋਂ ਮਾਰਗੇਜ ਲਈ ਸੀ ਉਸ ਵੇਲੇ ਤੁਸੀਂ ਐਪਲੀਕੇਸ਼ਨਸ ਦੇ ਵਿੱਚ ਕੀ ਭਰਿਆ ਹੈਗਾ ਔਰ ਹੁਣ ਕਲੇਮ ਲੈਣ ਵੇਲੇ ਕੀ ਹੈਗਾ, ਇਹ ਬੈਂਕ ਜਾਂ ਤੁਸੀਂ ਜਾਣਦੇ ਹੋ। ਲੇਕਿਨ ਇੰਸ਼ੋਰੈਂਸ ਕੰਪਨੀ ਦੇ ਵਿੱਚ ਕਿਉਂਕਿ ਅੰਡਰ ਰਾਈਟਿੰਗ ਪਹਿਲੇ ਹੋ ਚੁੱਕੀ ਹੈ ਤੁਹਾਡੀ, ਤੇ ਹੁਣ ਇਹ ਚੀਜ਼ ਵੀ ਅਸੀਂ ਵੀ ਸ਼ੋਰ ਹੋ ਸਕਦੇ ਹਾਂ ਕਿ ਅਗਰ ਕੁਝ ਵੀ ਤੁਸੀਂ ਆਪਣੀ ਪ੍ਰੀਮੀਅਮ ਮਿਸ ਨਹੀਂ ਕੀਤਾ ਜਾਂ ਤੁਸੀਂ ਕੋਈ ਐਸੀ ਐਕਸਕਲੂਜਨ ਦੇ ਵਿੱਚ ਜਾਂ ਤੁਸੀਂ ਕੋਈ ਐਸਾ ਕਾਰਵਾਈ ਕਰਕੇ ਜਾਂ ਡੈਥ ਇਸ ਕਰਕੇ ਨਹੀਂ ਹੋਈ ਕਿ ਤੁਸੀਂ ਕੋਈ ਇਲੀਗਲ ਕੰਮ ਕੀਤਾ ਹੈ, ਤਾਂ ਵੀ ਨੋ ਕਿ ਕਲੇਮ 100% ਮਿਲ ਜਾਵੇਗਾ। ਜੀ ਸਰ, ਜਿਵੇਂ ਤੁਸੀਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਬੈਨੀਫਿਕੇਸ਼ਰੀ ਦੀ, ਤਾਂ ਜਦੋਂ ਬੈਂਕ ਤੋਂ ਲੋਨ ਲੈ ਗਏ ਤੁਸੀਂ ਉਹਦੇ ਵਿੱਚ ਦੱਸਿਆ ਸੀ ਕਿ ਬੈਨੀਫਿਕੇਸ਼ਰੀ ਉਸ ਟਾਈਮ ਆ ਜਿਹੜਾ ਬੈਂਕ ਹੀ ਰਹਿੰਦਾ ਮਾਰਗੇਜ ਇੰਸ਼ੋਰੈਂਸ ਦਾ। ਫਿਰ ਬਾਈ ਚਾਂਸ ਅਗਰ ਕਿਸੇ ਬੰਦੇ ਦੀ ਜਿਹੜੀ ਮਿਸ ਹੈਪਨਿੰਗ ਹੋ ਜਾਂਦੀ ਹੈ ਉਹਦੀ ਲਾਈਫ ਨਾਲ, ਤਾਂ ਉਹਦੀ ਮਤਲਬ ਉਹ ਬੰਦੇ ਨੇ ਬੇਸਿਕਲੀ ਆਪਣੇ ਲਈ ਕਰ ਲਿਆ, ਆਪਣੀ ਫੈਮਿਲੀ ਲਈ ਕਰ ਰਿਹਾ, ਤਾਂ ਉਹ ਕਲੇਮ ਕਿਸ ਤਰ੍ਹਾਂ ਲੈ ਪਾਏਗਾ? ਉਹਦੇ ਤੇ ਕਲੇਮ ਮਿਲੇਗਾ ਹੀ ਨਹੀਂ ਉਹਨੂੰ। ਨਹੀਂ, ਉਹਦਾ ਜੇ ਬੈਂਕ ਤੋਂ ਨੇ ਇੰਸ਼ੋਰੈਂਸ ਲਈ ਨਹੀਂ, ਫਿਰ ਉਹਦੇ ਵਿੱਚ ਵੀ ਉਸ ਕਲੇਮ ਦੇ ਵਿੱਚ ਅਗਰ ਜਿੰਨੀ ਬਣਦੀ ਰਕਮ ਹੈਗੀ ਉਹ ਉਸ, ਦੇਖੋ ਮੈਂ ਹੁਣ ਤੁਹਾਨੂੰ ਥੋੜਾ ਦੱਸ ਦਿੰਦਾ ਕਿ ਫੋਰ ਐਗਜ਼ਾਮਪਲ ਮੈਂ 1 ਮਿਲੀਅਨ ਦੀ ਮਾਰਗੇਜ ਲਈ ਹੈਗੀ ਆ, ਮੇਰੀ ਇੰਸ਼ੋਰੈਂਸ ਕਵਰੇਜ ਵੀ ਅੱਜ 1 ਮਿਲੀਅਨ ਦੀ ਹੈਗੀ ਆ, ਲੇਕਿਨ ਡਾਊਨ ਦਾ ਰੋਡ 4 ਸਾਲ ਬਾਅਦ ਉਹ ਘਟ ਕੇ $7 ਲੱਖ ਰਹਿ ਜਾਂਦੀ ਹੈ, ਮੇਰੀ ਮਾਰਗੇਜ $7 ਲੱਖ ਰਹਿ ਜਾਂਦੀ ਹੈ ਔਰ ਡੈਥ ਹੋ ਜਾਂਦੀ ਹੈਗੀ ਹੈ, ਤੇ ਬੈਂਕ ਨੇ ਉਸ ਪਾਲਿਸੀ ਦਾ ਬਣਦਾ ਹੋਇਆ ਕਲੇਮ ਜਿਹੜਾ 7 ਲੱਖ ਦਾ ਹੈ ਉਹ ਬਣਾ ਕੇ ਆਪਣੇ ਆਪ ਨੂੰ ਦੇ ਲੈਣਾ ਹੈਗਾ, ਯਾਨੀ ਕਿ ਤੁਹਾਡਾ ਲੋਨ ਜਿਹੜਾ ਹੈਗਾ ਜਾਂ ਮਾਰਗੇਜ ਰਾਈਟ ਆਫ ਕਰ ਦੇਣੀ, ਉਹਨੂੰ ਖਤਮ ਕਰ ਦੇਣਾ ਜੀ। ਹੁਣ ਤੁਹਾਡੇ ਪਰਿਵਾਰ ਦੇ ਉੱਤੇ ਕੋਈ ਵੀ ਮਾਰਗੇਜ ਦੀ ਲਾਇਬਿਲਿਟੀ ਨਹੀਂ ਰਹੇਗੀ, ਪਰ ਤੁਹਾਡੀ ਇੰਸ਼ੋਰੈਂਸ ਵਿੱਚ ਉਹਨਾਂ ਨੂੰ ਰਕਮ ਵੀ ਕੋਈ ਨਹੀਂ ਮਿਲੇਗੀ ਅਗਰ ਤੁਸੀਂ ਬੈਂਕ ਤੋਂ ਮਾਰਗੇਜ ਕਰਵਾਈ ਹੈ ਜੀ। ਹੁਣ ਇਹਦੇ ਕੰਪੈਰੀਜ਼ਨ ਦੇ ਵਿੱਚ ਅਗਰ ਮੈਂ ਮਿਲੀਅਨ ਦੀ ਇੰਸ਼ੋਰੈਂਸ ਲਈ, ਸੌਰੀ ਮਾਰਗੇਜ ਲਈ ਔਰ ਮਿਲੀਅਨ ਦੀ ਇੰਸ਼ੋਰੈਂਸ ਕੰਪਨੀ ਤੋਂ ਲਈ ਹੈਗੀ ਹੈ, ਸੇਮ ਹੋਇਆ ਕਿ 4 ਸਾਲਾਂ ਬਾਅਦ ਮੇਰਾ ਆਊਟਸਟੈਂਡਿੰਗ ਲੋਨ 7 ਲੱਖ ਰਹਿ ਗਿਆ, ਹੁਣ ਮੇਰੇ ਪਰਿਵਾਰ ਨੂੰ $1 ਮਿਲੀਅਨ ਮਿਲ ਗਿਆ, ਹੁਣ ਮੇਰਾ ਪਰਿਵਾਰ ਚਾਹੇ ਤਾਂ 7 ਲੱਖ ਉਹਦੇ ਵਿੱਚੋਂ ਕੱਢ ਕੇ ਬੈਂਕ ਨੂੰ ਦੇ ਕੇ 3 ਲੱਖ ਆਪਣੇ ਕੋਲ ਰੱਖ ਲਵੇਗਾ, ਜਾਂ ਮੇਰਾ ਪਰਿਵਾਰ 5 ਲੱਖ ਉਹਨਾਂ ਨੂੰ ਦੇ ਕੇ ਤੇ ਬਾਕੀ ਆਪਣਾ 5 ਲੱਖ ਆਪਣੇ ਕੋਲ ਰੱਖ ਸਕਦਾ, ਉਹਨੂੰ ਇਨਵੈਸਟ ਕਰ ਸਕਦਾ ਜਾਂ ਆਪਣੇ ਰੋਜ਼ਮਰਰਾ ਦੇ ਕੰਮ ਲਈ ਇਸਤੇਮਾਲ ਕਰ ਸਕਦਾ। ਸੋ ਇਹ ਡਿਫਰੈਂਸ ਹੈਗਾ ਕਿ ਬੈਂਕ ਨੇ ਸਿਰਫ ਆਪਣੀ ਰਕਮ ਨੂੰ ਹੀ ਸਿਕਿਉਰ ਕਰਨਾ ਹੈ ਤੁਹਾਡੀ ਲਾਈਫ ਦੇ
एवज ਦੇ ਵਿੱਚ ਜਦ ਕਿ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਇੰਸ਼ੋਰ ਕਰਨਾ ਹੈਗਾ ਔਰ ਜਿੰਨੀ ਅੱਜ ਇੰਸ਼ੋਰੈਂਸ ਤੁਸੀਂ ਲੈ ਲਈ ਹੈਗੀ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਕਿ 5 ਸਾਲਾਂ ਬਾਅਦ ਅਗਰ ਮੈਂ ਬੈਂਕ ਚੇਂਜ ਕਰਦੀ ਹਾਂ ਤਾਂ ਕੀ ਹੋਵੇਗਾ ਬੈਂਕ ਦੇ ਵਿੱਚ ਮਾਰਗੇਜ ਲਈ ਹੈਗੀ ਤਾਂ ਮਾਰਗੇਜ ਖਤਮ ਹੋ ਜਾਏਗੀ ਜੀ ਪਰ ਫੋਰ ਐਗਜ਼ਾਮਪਲ ਮੈਂ ਇੰਸ਼ੋਰੈਂਸ ਕੰਪਨੀ ਤੋਂ ਮਾਰਗੇਜ ਲਈ ਇੰਸ਼ੋਰੈਂਸ ਲਈ ਹੈਗੀ ਆ ਤੇ ਮੈਂ ਇੰਸ਼ੋਰੈਂਸ 30 ਸਾਲ ਦੀ ਲਈ ਹੈਗੀ ਆ ਤੇ ਇਟ ਮੀਨਸ ਕਿ ਉਸ 30 ਸਾਲ ਤੱਕ ਮੇਰੀ ਕਵਰੇਜ ਸੇਮ ਰਹੇਗੀ ਚਾਹੇ ਮੈਂ ਇਸ ਦੌਰਾਨ ਜਿੰਨੇ ਮਰਜ਼ੀ ਬੈਂਕ ਬਦਲਾਂ ਜਿੰਨੀ ਵਾਰੀ ਮਰਜ਼ੀ ਲੋਨ ਲਵਾਂ ਜਾਂ ਵਾਪਸ ਮੋੜ ਦਵਾਂ ਮੇਰੀ ਕਵਰੇਜ $1 ਮਿਲੀਅਨ ਦੀ ਰਹੇਗੀ ਅੱਜ ਤੋਂ ਲੈ ਕੇ ਅਗਲੇ 30 ਸਾਲਾਂ ਤੱਕ ਲੇਕਿਨ ਬੈਂਕ ਤੋਂ ਅਗਰ ਮੈਂ ਮਾਰਗੇਜ ਇੰਸ਼ੋਰੈਂਸ ਲਈ ਹੈਗੀ ਤਾਂ ਹਰ 5 ਸਾਲਾਂ ਬਾਅਦ ਹੋ ਸਕਦਾ ਹੈ ਕਿ ਮੈਨੂੰ ਜਦੋਂ ਵੀ ਮੈਂ ਮਾਰਗੇਜ ਰਿਵਾਈਜ਼ ਕਰਾਉਣ ਕਿਸੇ ਹੋਰ ਬੈਂਕ 'ਚ ਜਾਵਾਂ ਤੇ ਮੈਨੂੰ ਉਹਦੇ ਉੱਤੇ ਨਵੀਂ ਇੰਸ਼ੋਰੈਂਸ ਪਰਚੇਸ ਕਰਨੀ ਪਵੇਗੀ ਜੀ ਤੇ ਜਿੰਨੀ ਵਾਰੀ ਅਸੀਂ ਇੰਸ਼ੋਰੈਂਸ ਪਰਚੇਸ ਕਰਾਂਗੇ ਦੋ ਖਤਰੇ ਆਪਣੇ ਕੋਲ ਹੈਗੇ ਆ ਇੱਕ ਤਾਂ ਆਪਣੀ ਕਿਸ਼ਤ ਵੱਧਦੀ ਪਈ ਹੈਗੀ ਆ ਦੂਸਰੀ ਆਪਣੀ ਹੋ ਸਕਦਾ ਸਿਹਤ ਵਿੱਚ ਵੀ ਵਿਕਾਰ ਹੁੰਦਾ ਹੋਵੇ ਜੀ ਠੀਕ ਹੈ ਜੀ ਸਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਇੰਡੀਵਿਜੂਅਲ ਤੌਰ ਤੇ ਬੈਂਕ ਤੋਂ ਜਿਹੜੇ ਆ ਲਈ ਹੋਈ ਪਾਲਿਸੀਜ਼ ਨੂੰ ਕੰਪੇਅਰ ਕਰੀਏ ਅਸੀਂ ਕਿ ਦੋਵਾਂ ਦੇ ਵਿੱਚ ਲਾਈਫ ਕਵਰੇਜ ਸੇਮ ਰਹਿੰਦੀ ਹੈ ਸੇਮ ਤਰ੍ਹਾਂ ਦਾ ਕੰਮ ਕਰਦੀ ਹੈ ਲਾਈਫ ਕਵਰੇਜ ਦੋਨੋਂ ਲਾਈਫ ਕਵਰੇਜ ਬੇਸਿਕਲੀ ਦੋ ਸਵਾਲ ਇਹਦੇ ਦੋ ਜਵਾਬ ਨੇ ਲਾਈਫ ਕਵਰੇਜ ਡੈਫੀਨਿਟਲੀ ਬੰਦੇ ਦੀ ਡੈਥ ਹੋਵੇਗੀ ਤਾਂ ਕਲੇਮ ਦੋਨਾਂ 'ਚ ਮਿਲੇਗਾ ਪਰ ਜਦੋਂ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਇੱਕ ਨੇ ਰਿਡਿਊਸਿੰਗ ਬੈਲੈਂਸ ਦੇ ਉੱਤੇ ਤੁਹਾਨੂੰ ਕਵਰ ਕਰਨਾ ਹੈਗਾ ਬੈਂਕ ਨੇ ਜਿੰਨਾ ਲੋਨ ਘਟਦਾ ਜਾਵੇਗਾ ਉਹਨਾਂ ਦੀ ਜਿਹੜੀ ਦੇਣਦਾਰੀ ਆ ਉਨੀ ਘਟਦੀ ਜਾਵੇਗੀ ਜੀ ਕਿਉਂਕਿ ਤੁਹਾਡਾ ਉਹਨਾਂ ਨੇ ਸਿਰਫ ਲੋਨ ਦੇ ਬੈਲੈਂਸ ਨੂੰ ਹੀ ਕਵਰ ਕਰਨਾ ਹੈਗਾ ਜੀ ਜੇ ਪਰਸਨਲ ਤੁਸੀਂ ਉਹ ਲੈਂਦੇ ਹੋ ਲਾਈਫ ਇੰਸ਼ੋਰੈਂਸ ਉਹਦੇ ਵਿੱਚ ਹੈਗਾ ਕਿ ਜੇ ਅੱਜ ਤੁਹਾਡੀ ਕਵਰੇਜ ਮਿਲੀਅਨ ਦੀ ਹੈ ਤਾਂ 20 ਸਾਲ ਜਾਂ 30 ਸਾਲ ਜਿੰਨੀ ਤੁਸੀਂ ਟਰਮ ਰਹੀ ਹੈ ਉਹ $1 ਮਿਲੀਅਨ ਦੀ ਕਵਰੇਜ ਹੀ ਰਹਿਣੀ ਹੈਗੀ ਹੈ ਸੈਕੰਡ ਚੀਜ਼ ਜਿਹੜੀ ਮਾਰਗੇਜ ਇੰਸ਼ੋਰੈਂਸ ਹੈਗੀ ਆ ਉਹਦੇ ਵਿੱਚ ਤੁਸੀਂ ਬੈਂਕ ਤੋਂ ਅਗਰ ਲੈਂਦੇ ਹੋ ਤੇ ਤੁਹਾਨੂੰ ਪਾਲਿਸੀ ਜਦੋਂ ਤੁਹਾਡਾ ਲੋਨ ਖਤਮ ਹੋ ਗਿਆ ਪਾਲਿਸੀ ਆਟੋਮੈਟਿਕਲੀ ਖਤਮ ਹੋ ਗਈ ਜੀ ਜਦ ਕਿ ਤੁਹਾਡੀ ਇੰਡੀਵਿਜੂਅਲ ਜਿਹੜੀ ਲਾਈਫ ਇੰਸ਼ੋਰੈਂਸ ਹੈਗੀ ਉਹਦੇ ਵਿੱਚ ਤੁਹਾਨੂੰ ਇੱਕ ਆਪਸ਼ਨ ਹੈਗੀ ਕਿ ਤੁਸੀਂ ਉਹਨੂੰ ਪਰਮਾਨੈਂਟ ਪਾਲਿਸੀ 'ਚ ਕਨਵਰਟ ਕਰ ਸਕਦੇ ਹੋ ਹੁਣ ਕੀ ਹੁੰਦਾ ਹੈਗਾ ਕਿ ਜਦੋਂ ਮੈਂ ਯੰਗ ਹੈਗਾ ਮੈਂ ਇੱਕ ਪਾਲਿਸੀ ਲੈ ਲਈ ਕਿਉਂਕਿ ਮੇਰੇ ਤੇ ਮਾਰਗੇਜ ਦਾ ਭਾਰ ਸੀ ਮੈਂ ਸਸਤੀ ਪਾਲਿਸੀ ਲੈ ਲਈ ਲੇਕਿਨ ਹੁਣ ਕੀ ਹੋਇਆ ਕਿ ਹੁਣ ਮੈਨੂੰ ਪਰਮਾਨੈਂਟ ਪਾਲਿਸੀ ਦੀ ਲੋੜ ਹੈਗੀ ਆ ਮੈਂ ਆਪਣੀ ਪਰਸਨਲ ਪਾਲਿਸੀ ਲਈ ਸੀ ਟਰਮ ਪਾਲਿਸੀ ਲਈ ਸੀ ਮੇਰੇ ਕੋਲ ਆਪਸ਼ਨ ਹੈਗੀ ਕਿ ਮੈਨੂੰ ਪਰਮਾਨੈਂਟ 'ਚ ਕਨਵਰਟ ਕਰ ਲਿਆ ਪਰ ਜੇ ਮੈਂ ਬੈਂਕ ਦੇ ਵਿੱਚੋਂ ਪਾਲਿਸੀ ਲਈ ਸੀ ਮੈਂ ਉਸ ਨੂੰ ਕੁਝ ਵੀ ਫੇਰ ਬਦਲ ਨਹੀਂ ਕਰ ਸਕਦਾ ਮੈਂ ਉਹਨੂੰ ਛੇੜ ਨਹੀਂ ਸਕਦਾ ਉਹ 'ਚ ਫਲੈਕਸੀਬਿਲਿਟੀ ਨਹੀਂ ਹੈਗੀ ਕਿਉਂਕਿ ਉਹ ਪਾਲਿਸੀ ਮੈਨੂੰ ਬਿਲੋਂਗ ਹੀ ਨਹੀਂ ਕਰਦੀ ਹੈਗੀ ਮੈਂ ਉਸ ਪਾਲਿਸੀ ਦਾ ਮਾਲਕ ਹੀ ਨਹੀਂ ਹੈਗਾ ਤੇ ਹੁਣ ਜੇਕਰ ਮੈਂ ਚਾਹਨਾ ਕਿ ਆਪਣੇ ਲਈ ਪਰਮਾਨੈਂਟ ਕਵਰੇਜ ਮੇਰੀ ਉਮਰ ਹੋ ਗਈ ਹੈ 60 ਸਾਲ ਮੈਂ ਪਹਿਲੇ ਪੈਸੇ ਦਿੰਦਾ ਆਇਆ ਹੈਗਾ ਹੁਣ 60 ਸਾਲ ਦੀ ਉਮਰ ਹੋ ਗਈ ਹੈ ਮੈਨੂੰ ਲੱਗਦਾ ਹੈਗਾ ਕਿ ਮੈਨੂੰ ਪਰਮਾਨੈਂਟ ਪਾਲਿਸੀ ਚਾਹੀਦੀ ਹੈਗੀ ਹੈ ਮੈਨੂੰ ਨਵੀਂ ਪਰਚੇਸ ਕਰਨੀ ਪਏਗੀ ਜੇ ਮੈਂ ਬੈਂਕ ਤੋਂ ਮਾਰਗੇਜ ਲਈ ਸੀ ਪਰ ਜੇ ਮੈਂ ਲਾਈਫ ਇੰਸ਼ੋਰੈਂਸ ਲਈ ਹੋਈ ਸੀ ਤਾਂ ਮੈਂ ਉਸ ਪਾਲਿਸੀ ਨੂੰ ਪਰਮਾਨੈਂਟ 'ਚ ਕਨਵਰਟ ਕਰ ਸਕਦਾ ਹੈਗਾ ਇੱਕ ਬਹੁਤ ਵੱਡਾ ਫੀਚਰ ਹੈ ਸ਼ਾਇਦ ਅੱਜ ਉਸ ਦੀ ਲੋੜ ਮਹਿਸੂਸ ਨਹੀਂ ਹੁੰਦੀ ਪਰ ਜਦੋਂ ਉਮਰ ਢਲਦੀ ਹੈ ਉਸ ਵੇਲੇ ਮਹਿਸੂਸ ਹੁੰਦਾ ਹੈ ਕਿ ਹੁਣ ਇੰਸ਼ੋਰੈਂਸ ਕਵਰੇਜ ਚਾਹੀਦੀ ਹੈਗੀ ਹੈ ਲੇਕਿਨ ਉਮਰ ਦੇ ਵਿੱਚ ਮਤਲਬ ਉਸ ਉਮਰ ਦੇ ਵਿੱਚ ਜਾ ਕੇ ਹੈਲਥ ਦਾ ਸਹੀ ਨਾ ਹੋਣਾ ਆਮ ਹੋ ਜਾਂਦਾ ਹੈਗਾ ਤੇ ਫਿਰ ਅਜਿਹੇ ਹਾਲਤ ਦੇ ਵਿੱਚ ਤੁਸੀਂ ਆਪਣੀ ਪਰਸਨਲ ਨੂੰ ਇੰਸ਼ੋਰੈਂਸ ਨੂੰ ਤਾਂ ਪਰਮਾਨੈਂਟ ਕਰ ਲਿਆ ਪਰ ਮਾਰਗੇਜ ਇੰਸ਼ੋਰੈਂਸ ਜਿਹੜੀ ਹੈਗੀ ਉਹ ਤੁਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ ਤੇ ਫਿਰ ਸਰ ਅਜਿਹਾ ਕੋਈ ਫਰਕ ਆ ਜਿਹੜਾ ਡਿਫਰੈਂਸ ਆ ਉਹ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਦੀ ਗੱਲ ਕਰ ਲਈ ਡਿਸੇਬਿਲਟੀ ਇੰਸ਼ੋਰੈਂਸ ਦੇ ਵਿੱਚ ਉਹਦੇ ਵਿੱਚ ਹੁੰਦਾ ਇਦਾਂ ਦਾ ਕੋਈ ਡਿਫਰੈਂਸ ਡੈਫੀਨਿਟਲੀ ਉਹਦੇ ਵਿੱਚ ਹੁੰਦਾ ਜਿਹੜੀ ਬੈਂਕਸ ਕ੍ਰਿਟੀਕਲ ਇਲਨੈਸ ਪਾਲਿਸੀ ਦਿੰਦੇ ਨੇ ਉਹਨਾਂ ਵਿੱਚ ਬੇਸਿਕਲੀ ਜਿਹੜੀ ਕਵਰੇਜ ਹੈਗੀ ਉਹ ਬੇਸਿਕ ਕਵਰੇਜ ਲੈ ਕੇ ਚੱਲਦੇ ਨੇ 3 ਪ੍ਰੋਬਲਮਸ ਕਵਰ ਕਰਦੇ ਨੇ ਹਾਰਟ ਅਟੈਕ ਕੈਂਸਰ ਲਾਈਫ ਥ੍ਰੈਟਨਿੰਗ ਤੇ ਸਟ੍ਰੋਕ ਜਦ ਕਿ ਤੁਸੀਂ ਅਗਰ ਇੰਡੀਵਿਜੂਅਲ ਆਪਣੀ ਕ੍ਰਿਟੀਕਲ ਇਲਨੈਸ ਪਾਲਿਸੀ ਲੈਂਦੇ ਹੋ ਤੁਸੀਂ ਉਹਦੇ ਵਿੱਚ ਅਪ ਟੂ 25 ਕਵਰੇजेस 25 ਬਿਮਾਰੀਆਂ ਤੱਕ ਦੀ ਕਵਰੇਜ ਲੈ ਸਕਦੇ ਹੋ ਦੂਸਰੀ ਗੱਲ ਇਹ ਹੈਗੀ ਹੈ ਕਿ ਜਦੋਂ ਕ੍ਰਿਟੀਕਲ ਇਲਨੈਸ ਹੋਈ ਹੁਣ ਕ੍ਰਿਟੀਕਲ ਇਲਨੈਸ ਜਦੋਂ ਹੁੰਦੀ ਹੈ ਮੈਮ ਕਿ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਸਭ ਤੋਂ ਪਹਿਲਾਂ ਸਾਡੀ ਇਨਕਮ ਇਫੈਕਟ ਹੁੰਦੀ ਕਿਉਂਕਿ ਅਸੀਂ ਕੰਮ ਕਰਨਾ ਬੰਦ ਕਰ ਦਿੰਦੇ ਹੈਗੇ ਦੂਸਰੀ ਗੱਲ ਸਾਡੀ ਆਮਦਨ ਜਿਹੜੀ ਹੈਗੀ ਆ ਸਾਡੀ ਦਾ ਇਫੈਕਟ ਹੁੰਦੀ ਹੈ ਨਾਲ ਜਿਹੜਾ ਕੇਅਰ ਟੇਕਰ ਹੈਗਾ ਜਾਂ ਸਾਨੂੰ ਪਰਿਵਾਰ ਦਾ ਮੈਂਬਰ ਨਾਲ ਰੱਖਣਾ ਪਏਗਾ ਜਾਂ ਕੋਈ ਹਾਇਰ ਕਰਨਾ ਪਏਗਾ ਜੀ ਸਾਡਾ ਖਰਚਾ ਵੱਧ ਗਿਆ ਹੁਣ ਉਹਦੇ ਨਾਲ ਕੀ ਹੈਗਾ ਕਿ ਕ੍ਰਿਟੀਕਲ ਇਲਨੈਸ ਜਿਹੜੀ ਹੈਗੀ ਆ ਉਹ ਅਗਰ ਬੈਂਕ ਤੋਂ ਅਸੀਂ ਲੈਣੇ ਹੈਗੇ ਤਾਂ ਬੈਂਕ ਨੇ ਤਾਂ ਆਪਣੀ ਪ੍ਰੀਮੀਅਮ ਜਿੰਨੀ ਕ੍ਰਿਟੀਕਲ ਇਲਨੈਸ ਕਵਰ ਕਰਨੀ ਹੈਗੀ ਜੀ ਲੇਕਿਨ ਜੇ ਮੈਂ ਪਰਸਨਲ ਕ੍ਰਿਟੀਕਲ ਇਲਨੈਸ ਕਰਾਈ ਇੱਕ ਤਾਂ ਬਿਮਾਰੀਆਂ ਵੱਧ ਮਿਲ ਗਈਆਂ ਔਰ ਦੂਸਰੀ ਗੱਲ ਇਹ ਹੈਗੀ ਆ ਕਿ ਮੈਂ ਉਸ ਰਕਮ ਨੂੰ ਜਿਵੇਂ ਮਰਜ਼ੀ ਇਸਤੇਮਾਲ ਕਰ ਸਕਦਾ ਹਾਂ ਇਦਾਂ ਡਿਸੇਬਿਲਿਟੀ ਇੰਸ਼ੋਰੈਂਸ ਹੈਗੀ ਆ ਬੈਂਕ ਤੋਂ ਡਿਸੇਬਿਲਿਟੀ ਇੰਸ਼ੋਰੈਂਸ 24 ਮਹੀਨੇ ਤੱਕ ਮਿਲੇਗੀ ਮੈਕਸਿਮਮ $3000 ਮਿਲੇਗੀ ਮੇਰੀ ਪਰਸਨਲ ਡਿਸੇਬਿਲਿਟੀ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਮੇਰੀ 70 ਸਾਲ ਦੀ ਉਮਰ ਤੱਕ ਵੀ ਮੈਨੂੰ ਕਵਰੇਜ ਦੇ ਸਕਦੀ ਹੈ ਪਲੱਸ ਜਿੰਨੀ ਮੇਰੀ ਇਨਕਮ ਬਣਦੀ ਉਹਦੇ ਪ੍ਰੋਪੋਰਸ਼ਨਟਲੀ ਉਹ 3000 ਤੋਂ ਜ਼ਿਆਦਾ ਵੀ ਹੋ ਸਕਦੀ ਹੈ ਔਰ ਤੀਸਰੀ ਚੀਜ਼ ਜਿਹੜੀ ਹੈਗੀ ਹੈ ਬੜੀ ਇੰਪੋਰਟੈਂਟ ਹੈਗੀ ਹੈ ਕਿ ਡਿਸੇਬਿਲਿਟੀ ਇੰਸ਼ੋਰੈਂਸ ਦੇ ਵਿੱਚ ਜਿਹੜੀਆਂ ਅਸੀਂ ਇੰਸ਼ੋਰੈਂਸ ਕੰਪਨੀ ਤੋਂ ਲੈਂਦੇ ਹਾਂ ਉਹਦੇ ਵਿੱਚ ਬੜੀ ਲਿਬਰਲ ਉਹਦੀ ਡੈਫੀਨੇਸ਼ਨ ਵਰਤੀ ਜਾਂਦੀ ਹੈ ਕਿ ਯਾਨੀ ਕਿ ਜੇ ਮੈਂ ਆਪਣੇ ਕੰਮ ਦੇ ਨਾਲ ਇੱਕ ਇਹ ਹੁੰਦਾ ਓਨ ਆਕੂਪੇਸ਼ਨ ਡੈਫੀਨੇਸ਼ਨ ਕਿ ਜੇਕਰ ਮੈਂ ਆਪਣਾ ਕੰਮ ਨਹੀਂ ਕਰ ਸਕਦਾ ਤਾਂ ਮੈਨੂੰ ਡਿਸੇਬਿਲਿਟੀ ਮਿਲੇਗੀ ਪਰ ਜੇ ਇਹਦੇ ਨਾਲ ਮੈਂ ਕੋਈ ਹੋਰ ਕੰਮ ਕਰ ਸਕਦਾ ਹਾਂ ਪਰ ਮੈਂ ਅੱਧੀ ਕਮਾਈ ਕਰ ਰਿਹਾ ਤਾਂ ਮੈਨੂੰ ਤਦ ਵੀ ਆਪਣੀ ਨਿੱਜੀ ਡਿਸੇਬਿਲਿਟੀ ਮਿਲਦੀ ਰਹੇਗੀ ਪਰ ਬੈਂਕ ਦੇ ਮਾਮਲੇ 'ਚ ਅਗਰ ਮੈਂ ਕੋਈ ਵੀ ਕੰਮ ਸ਼ੁਰੂ ਕਰ ਲੈਣਾ ਅੱਜ ਮੈਂ ਡਿਸੇਬਲ ਹੋ ਗਿਆ ਪਰ ਮੈਂ ਸੋਚਿਆ ਕਿ ਮੈਂ ਨਾਲ ਕੋਈ ਹੋਰ ਕੰਮ ਕਰ ਲਵਾਂ ਚਲੋ ਮੈਂ ਕੁਝ ਕਰ ਸਕਦਾ ਮੈਂ ਕਰ ਲਵਾਂ ਡਿਸੇਬਲ ਹੋਣ ਦੇ ਬਾਵਜੂਦ ਮੈਂ ਟਿਊਸ਼ਨ ਪੜ੍ਹਾਦਾ ਜਾਂ ਮੈਂ ਕੋਈ ਕਰ ਸਕਦਾ ਅਗਰ ਮੈਨੂੰ ਇਨਕਮ ਆਉਂਦੀ ਹੈ ਤਾਂ ਮੇਰੀ ਉਹ ਡਿਸੇਬਿਲਿਟੀ ਬੰਦ ਹੋ ਜਾਵੇਗੀ ਜੀ
ਸੋ ਇਸ ਕਰਕੇ ਡੈਫੀਨੇਸ਼ਨਸ ਦਾ ਬਹੁਤ ਜ਼ਿਆਦਾ ਫਰਕ ਹੈਗਾ, ਜਿਹੜਾ ਕਿ ਆਮ ਤੌਰ ਤੇ ਲੋਕੀ ਆਪਣੇ ਇੰਨੀ ਡੂੰਘਾਈ ਦੇ ਵਿੱਚ ਨਹੀਂ ਚਾਹੁੰਦੇ ਹੈਗੇ। ਜੀ ਸਰ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੁੰਦੇ ਹਾਂ ਜੀ। ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦੀ ਤੁਹਾਡੇ ਅੱਗੇ ਹਾਜ਼ਰ ਹੁੰਦੇ ਹਾਂ ਲੈ ਕੇ ਸੇਮ ਮੁੱਦਾ ਕਿ ਇੰਸ਼ੋਰੈਂਸ, ਮੌਰਗੇਜ ਦੀ ਇੰਸ਼ੋਰੈਂਸ ਹੈ ਜਿਹੜੀ ਉਹ ਕਿੰਨੀ ਕੁ ਜ਼ਰੂਰੀ ਹੈ, ਕਿਸ ਤੋਂ ਕਰਵਾਉਣੀ ਚਾਹੀਦੀ ਹੈ। ਹਮਦਰਦ ਟੀਵੀ ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਸਵਾਗਤ ਹੈ ਜੀ। ਗੱਲ ਕਰ ਰਹੇ ਸੀ ਮੌਰਗੇਜ ਇੰਸ਼ੋਰੈਂਸ ਦੀ ਤੇ ਕਿੰਨੀ ਕੁ ਜ਼ਰੂਰੀ ਹੈ ਜਿਹੜੀ ਮੌਰਗੇਜ ਇੰਸ਼ੋਰੈਂਸ ਦੀ, ਉਸ ਦੇ ਬਾਰੇ ਜਿਹੜੇ ਬਿਕਰਮਜੀਤ ਜੰਜੂਆ ਜੀ ਸਾਡੇ ਨਾਲ ਜੁੜੇ ਹੋਏ ਨੇ। ਸਰ ਇੱਕ ਵਾਰ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਥੈਂਕ ਯੂ ਜੀ। ਸਰ ਅਸੀਂ ਗੱਲ ਕਰ ਰਹੇ ਸੀ ਮੌਰਗੇਜ ਇੰਸ਼ੋਰੈਂਸ ਹੈ ਜਿਹੜੀ ਉਹ ਕਿੰਨੀ ਕੁ ਜ਼ਰੂਰੀ ਹੈ। ਹੁਣ ਅਗਰ ਕਿਸੇ ਬੰਦੇ ਨੇ ਜਿਹੜੀ ਆਪਣੀ ਮੌਰਗੇਜ ਹੈ ਜਿਹੜੀ ਉਹ ਵਾਪਸ ਕਰਦੀ ਹੈ, ਫਿਰ ਵੀ ਇਹ ਜਿਹੜੀ ਮੌਰਗੇਜ ਇੰਸ਼ੋਰੈਂਸ ਹੈ ਉਹ ਮਿਲਣ ਵਾਲੀ ਜਿਹੜੀ ਕਵਰੇਜ ਹੈ ਉਹ ਚੱਲਦੀ ਰਹਿੰਦੀ ਹੈ ਕਵਰੇਜ। ਮੈਮ ਇਹਦੇ ਵਿੱਚ ਇਹ ਚੀਜ਼ ਹੈਗੀ ਕਿ ਜੇਕਰ ਤਾਂ ਉਹਨਾਂ ਨੇ ਬੈਂਕ ਤੋਂ ਇੰਸ਼ੋਰੈਂਸ ਲਈ ਹੈਗੀ, ਬੈਂਕ ਤੋਂ ਮੌਰਗੇਜ ਇੰਸ਼ੋਰੈਂਸ ਲਈ ਹੈ, ਤਾਂ ਬੈਂਕ ਦੀ ਮੌਰਗੇਜ ਇੰਸ਼ੋਰੈਂਸ ਸਿਰਫ ਤਦ ਤੱਕ ਹੀ ਕੰਮ ਕਰੇਗੀ ਜਦ ਤੱਕ ਉਹ ਮੌਰਗੇਜ ਆਊਟਸਟੈਂਡਿੰਗ ਹੈਗੀ ਹੈ। ਲੇਕਿਨ ਜੇਕਰ ਤੁਸੀਂ ਨਿੱਜੀ ਮੌਰਗੇਜ ਇੰਸ਼ੋਰੈਂਸ ਲਈ ਹੈਗੀ ਆ ਤੇ ਉਹਦੇ 'ਚ ਹੈਗਾ ਕਿ ਉਹ ਤੁਹਾਡੀ ਟਰਮ ਤੱਕ ਚੱਲਦੀ ਰਹੇਗੀ, ਚਾਹੇ ਤੁਸੀਂ ਉਸ ਦੇ ਵਿੱਚ ਇੱਕ ਵਾਰ ਲੋਨ ਲੈ ਕੇ ਵਾਪਸ ਕਰ ਚੁੱਕੇ ਹੋ ਜਾਂ 2 ਵਾਰ ਕਿ 4 ਵਾਰ ਵੀ ਲੋਨ ਲੈ ਲਿਆ ਹੈਗਾ। ਅਗਰ ਮੰਨ ਲਓ ਮੈਂ 40 ਸਾਲ ਦੀ ਕਵਰੇਜ ਲੈਣਾ ਹੈਗਾ ਫॉर ਐਗਜ਼ਾਮਪਲ, ਜਾਂ ਮੈਂ ਹੋਲ ਲਾਈਫ ਕਵਰੇਜ ਲੈਣਾ, ਤਾਂ ਮੇਰੀ ਕਵਰੇਜ ਜਿਹੜੀ ਇੰਡੀਵਿਜੂਅਲ ਇੰਸ਼ੋਰੈਂਸ ਹੈਗੀ ਹੈ ਉਹਨੇ ਤਾਂ ਮੈਨੂੰ 100 ਸਾਲ ਤੱਕ ਕਵਰ ਕਰੀ ਜਾਣਾ ਹੈਗਾ। ਲੇਕਿਨ ਮੌਰਗੇਜ ਇੰਸ਼ੋਰੈਂਸ ਦੇ ਵਿੱਚ ਹੈਗਾ ਕਿ ਜਦੋਂ ਮੇਰੀ ਮੌਰਗੇਜ ਖਤਮ ਹੋਈ ਜਾਂ ਮੈਂ ਬੈਂਕ ਬਦਲਿਆ, ਨਾਲ ਦੇ ਨਾਲ ਹੀ ਮੇਰੀ ਮੌਰਗੇਜ ਇੰਸ਼ੋਰੈਂਸ ਖਤਮ ਹੋ ਜਾਏਗੀ। ਇਹਦਾ ਮਤਲਬ ਹਰ ਵਾਰ ਅਗਰ ਮੈਂ ਲੋਨ ਲਵਾਂਗਾ ਤੇ ਮੈਨੂੰ ਆਪਣੀ ਇੰਸ਼ੋਰੈਂਸ ਦੁਬਾਰਾ ਕਰਾਉਣੀ ਪਏਗੀ। ਹੁਣ ਨਾਰਮਲੀ ਕੀ ਹੁੰਦਾ ਕਿ ਆਪਾਂ ਇੱਥੇ ਇੱਕ ਵਾਰ ਘਰ ਨਹੀਂ ਲੈਂਦੇ, ਅਸੀਂ 2 ਜਾਂ 3 ਵਾਰ ਜਾਂ 4 ਵਾਰ ਘਰ ਲੈਂਦੇ ਹੈਗੇ, ਔਰ ਉਮਰ ਦੇ ਅਲੱਗ-ਅਲੱਗ ਪੜਾਵਾਂ ਤੇ ਘਰ ਲੈਂਦੇ ਹੈਗੇ। ਹੁਣ ਅੱਜ ਅਗਰ ਮੈਂ ਯੰਗ ਹੈਗਾ ਤੇ ਮੈਂ ਘਰ ਲੈ ਲਿਆ, ਹੁਣ ਜਦੋਂ ਕਿ ਮੈਂ ਦੂਸਰਾ ਘਰ ਲੈਣਾ ਹੈਗਾ ਤਾਂ ਮੈਂ ਮਿਡਲ ਏਜ ਦੇ ਵਿੱਚ ਆ ਗਿਆ। ਅਗਰ ਮੈਂ ਪੁਰਾਣੀ ਨਿੱਜੀ ਪਰਸਨਲ ਇੰਸ਼ੋਰੈਂਸ ਹੈਗੀ ਉਹ ਤਾਂ ਮੇਰੀ ਤਦ ਤੱਕ ਚੱਲਦੀ ਜਦ ਤੱਕ ਮੇਰੀ ਕਵਰੇਜ, ਯਾਨੀ ਕਿ ਮੈਂ ਜਦੋਂ ਦੀ ਕਵਰੇਜ ਲਈ ਹੈਗੀ ਹੈ, ਹੋ ਸਕਦਾ ਮੈਂ ਹੋਲ ਲਾਈਫ ਕਵਰੇਜ ਲਈ ਹੋਵੇ ਤਾਂ ਮੈਨੂੰ ਦੁਬਾਰਾ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ। ਲੇਕਿਨ ਜੇ ਮੈਂ ਬੈਂਕ ਤੋਂ ਲਈ ਹੈਗੀ ਹੈ ਤਾਂ ਮੇਰੀ ਜਦੋਂ ਪਹਿਲਾ ਘਰ ਉਹਦੀ ਮੌਰਗੇਜ ਖਤਮ ਹੋਈ, ਮੈਂ ਦੂਸਰੀ ਮੌਰਗੇਜ ਲੈਣ ਗਿਆ ਤੇ ਮੈਨੂੰ ਨਵੀਂ ਇੰਸ਼ੋਰੈਂਸ ਫੇਰ ਲੈਣੀ ਪਈ। ਉਸ ਵੇਲੇ ਮੇਰੀ ਉਮਰ ਵੀ ਵੱਧ ਚੁੱਕੀ ਹੈ ਤੇ ਹੋ ਸਕਦਾ ਹੈ ਕਿ ਮੈਂ ਸਿਹਤ ਪੱਖੋਂ ਵੀ ਉਨਾ ਤੰਦਰੁਸਤ ਨਹੀਂ ਰਿਹਾ ਤੇ ਉਹਦੇ ਵਿੱਚ ਬਹੁਤ ਵੱਡਾ ਰਿਸਕ ਹੋ ਜਾਂਦਾ ਹੈਗਾ ਕਿ ਕਈ ਵਾਰ ਕੀ ਹੈਗਾ ਕਿ ਤੁਹਾਨੂੰ ਇੰਸ਼ੋਰੈਂਸ ਡਿਨਾਈ ਵੀ ਹੋ ਜਾਂਦੀ ਹੈ। ਹੁਣ ਮੈਂ ਪੈਸੇ ਇਨਵੈਸਟ ਕਰਨ ਨੂੰ ਤਿਆਰ ਹਾਂ, ਘਰ ਲੈਣ ਨੂੰ ਵੀ ਤਿਆਰ ਹਾਂ, ਆਪਣੀ ਮੌਰਗੇਜ ਨੂੰ ਸਿਕਿਉਰ ਵੀ ਕਰਨਾ ਚਾਹੁੰਦਾ ਹਾਂ, ਲੇਕਿਨ ਨਾ ਤਾਂ ਬੈਂਕ ਮੈਨੂੰ ਦੇ ਰਿਹਾ ਹੈਗਾ ਤੇ ਇੰਸ਼ੋਰੈਂਸ ਕੰਪਨੀ ਵੀ ਮੈਨੂੰ ਹਲਦੀ ਨਹੀਂ ਮੰਨ ਰਹੀ ਹੈਗੀ। ਤੇ ਉਹਨਾਂ ਨਾਲੋਂ ਜ਼ਿਆਦਾ ਬਿਹਤਰ ਇਹ ਨਹੀਂ ਹੈਗਾ ਕਿ ਆਪਾਂ ਅੱਜ ਹੀ, ਜਦੋਂ ਅਸੀਂ ਹੈਲਦੀ ਹੈਗੇ ਹਾਂ, ਆਪਣੀ ਏਜ ਘੱਟ ਹੈਗੀ ਆ, ਅਸੀਂ ਉਸ ਵੇਲੇ ਹੀ ਉਹ ਪਰਸਨਲ ਇੰਸ਼ੋਰੈਂਸ ਇੰਨੀ ਕੁ ਲੰਬੀ ਲੈ ਲਈਏ ਜਾਂ ਉਸ ਅਮਾਊਂਟ ਦੀ ਲੈ ਲਈਏ ਤਾਂ ਕਿ ਸਾਡੀ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਮੌਰਗੇਜ ਦੀ ਕੋਈ ਰਿਕੁਆਇਰਮੈਂਟ ਹੁੰਦੀ ਹੈ ਤਾਂ ਉਹ ਕਵਰ ਹੋ ਜਾਵੇ। ਜੀ ਸਰ, ਜਿਵੇਂ ਤੁਸੀਂ ਗੱਲ ਕਰੀ ਆ ਕਿ ਜਿਹੜੀ ਮੌਰਗੇਜ ਦੀ ਇੰਸ਼ੋਰੈਂਸ ਜਦੋਂ ਲੈਂਦੇ ਹਾਂ ਅਸੀਂ, ਅਗਰ ਮੈਂ ਗਿਵ ਅਪ ਕਰਤੀ ਆਪਣੀ ਪਾਲਿਸੀ ਤਾਂ ਬੈਂਕ ਤੋਂ ਮੈਨੂੰ ਹਰ ਵਾਰ ਜਿਹੜੀ ਨਵੀਂ ਕਰਵਾਉਣੀ ਪੈਂਦੀ ਹੈ। ਤਾਂ ਫਿਰ ਮੇਰਾ ਕੁਐਸਚਨ ਫਿਰ ਤੋਂ ਉਹੀ ਚੀਜ਼ ਆਉਂਦੀ ਹੈ ਕਿ ਅਗਰ ਬੈਂਕ ਤੋਂ ਅਸੀਂ ਜੇ ਚੀਜ਼ ਕਰਵਾ ਰਹੇ ਹਾਂ ਮੌਰਗੇਜ, ਤਾਂ ਬੈਟਰ ਹੈ ਸਾਨੂੰ ਦੋਨਾਂ ਦੇ ਵਿੱਚੋਂ ਕਿਹਦਾ ਜ਼ਿਆਦਾ ਬੈਨੀਫਿਟ ਹੋਏਗਾ, ਇੰਸ਼ੋਰੈਂਸ ਕੰਪਨੀ ਤੋਂ ਮੌਰਗੇਜ ਇੰਸ਼ੋਰੈਂਸ ਕਰਵਾਉਣਾ ਜਾਂ ਬੈਂਕ ਤੋਂ ਕਰਵਾਉਣਾ? ਕਿਉਂਕਿ ਮੈਂ ਫਿਰ ਤੋਂ ਰਿਪੀਟ ਕਰ ਰਹੀ ਹਾਂ ਉਹ ਚੀਜ਼ ਕਿ ਇੰਸ਼ੋਰੈਂਸ ਕੰਪਨੀ, ਬੈਂਕ ਹੈ ਜਿਹੜੀ ਨਾ ਤਾਂ ਤੁਹਾਡਾ ਬੈਨੀਫਿਸ਼ੀਅਰੀ ਆ, ਉਹ ਖੁਦ ਹੀ ਹੈ ਤੁਹਾਡੇ ਜਿਹੜੀ ਇੰਸ਼ੋਰੈਂਸ ਦਾ, ਮੌਰਗੇਜ ਇੰਸ਼ੋਰੈਂਸ ਦੀ ਬੈਨੀਫਿਸ਼ੀਅਰੀ ਬਣਦੀ ਆ, ਤੁਹਾਡੇ ਕੋਲ ਤਾਂ ਫਿਰ ਵੀ ਕੁਝ ਨਹੀਂ ਰਹਿੰਦਾ। ਫਿਰ ਜ਼ਿਆਦਾ ਬੈਟਰ ਕਿਹਦੇ ਤੇ? ਮੈਮ ਦੇਖੋ, ਹੁਣ ਇਸ ਪਲੇਟਫਾਰਮ ਤੇ ਮੇਰੇ ਵੱਲੋਂ ਇਹ ਕਹਿਣਾ ਕਿ ਕਿਹੜੀ ਚੀਜ਼ ਦੋਨਾਂ ਦਾ ਕੰਪੇਅਰ ਕਰਨਾ, ਕਿਉਂਕਿ ਮੈਂ ਕੰਪੇਅਰ ਫੀਚਰਸ ਦਾ ਕਰ ਸਕਦਾ ਹੈਗਾ, ਇਹ ਤੁਹਾਡੀ ਆਪਣੀ ਡਿਸਕ੍ਰਿਪਸ਼ਨ ਹੈਗੀ ਕਿ ਤੁਸੀਂ ਬੈਂਕ ਤੋਂ ਮੌਰਗੇਜ ਇੰਸ਼ੋਰੈਂਸ ਲੈਣੀ ਹੈ ਕਿ ਤੁਸੀਂ ਇੰਸ਼ੋਰੈਂਸ ਕੰਪਨੀ ਤੋਂ ਲੈਣੀ ਹੈ। ਪਰ ਬੇਸਿਕਲੀ ਇੱਕ ਚੀਜ਼ ਜ਼ਰੂਰ ਹੈਗੀ, ਦੋਨਾਂ 'ਚ ਕਾਮਨ ਹੈਗੀ ਕਿ ਤੁਹਾਡੀ ਕਵਰੇਜ ਜ਼ਰੂਰ ਹੋਣੀ ਚਾਹੀਦੀ ਹੈਗੀ ਆ। ਹਾਂ, ਹੁਣ ਤੁਸੀਂ ਕਿੱਥੋਂ ਲੈਣੀ ਹੈਗੀ ਇਹ ਆਲ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਿਸੇ ਪ੍ਰੋਡਕਟ ਨੂੰ ਕਿੱਦਾਂ ਸਮਝਦੇ ਹੋ। ਹੁਣ ਜੇਕਰ ਤੁਹਾਨੂੰ ਲੱਗਦਾ ਹੈਗਾ ਕਿ ਠੀਕ ਹੈ ਵੀ ਮੈਨੂੰ ਤਾਂ ਮੌਰਗੇਜ ਤੱਕ ਹੀ ਕਵਰੇਜ ਚਾਹੀਦੀ ਹੈਗੀ, ਮੇਰੀ ਮੌਰਗੇਜ ਕਵਰ ਹੈਗੀ ਤੇ ਮੇਰੇ ਲਈ ਸਭ ਕੁਝ ਸਹੀ ਹੈਗਾ, ਦੈਨ ਤੁਹਾਡੀ ਚੋਇਸ ਹੈਗੀ ਹੈ। ਪਰ ਅਗਰ ਤੁਹਾਨੂੰ ਲੱਗਦਾ ਹੈ ਕਿ ਨਹੀਂ, ਇੱਕ ਤਾਂ ਇਹ ਚੀਜ਼ ਹੈਗੀ ਕਿ ਮੈਨੂੰ ਲੰਮੇ ਸਮੇਂ ਤੱਕ ਕਵਰੇਜ ਚਾਹੀਦੀ ਹੈਗੀ ਆ, ਫਿਰ ਮੈਨੂੰ ਆਪਣੇ ਲੋਨ ਦੇ ਨਾਲ ਜੁੜੀ ਹੋਈ ਕਵਰੇਜ ਨਹੀਂ ਚਾਹੀਦੀ, ਮੈਨੂੰ ਆਪਣੀ ਕਵਰੇਜ ਚਾਹੀਦੀ ਹੈ, ਨਾ ਕਿ ਮੇਰੀ ਲੋਨ ਦੀ ਜਾਂ ਮੌਰਗੇਜ ਦੀ। ਜੇ ਹੁਣ ਮੈਨੂੰ ਆਪਣੀ ਕਵਰੇਜ ਚਾਹੀਦੀ ਹੈਗੀ ਆ, ਮੈਂ ਉਸ ਰਕਮ ਨੂੰ ਆਪਣੀ ਮਰਜ਼ੀ ਨਾਲ ਵਰਤ ਸਕਦਾ ਹੈਗਾ, ਮੈਂ ਆਪਣੇ ਬੈਨੀਫਿਸ਼ਰੀ ਨੂੰ ਆਪਣੀ ਮਰਜ਼ੀ ਨਾਲ ਚੂਜ਼ ਕਰ ਸਕਦਾ, ਕਦੀ ਕਿਸੇ ਨੂੰ ਬਦਲ ਸਕਦਾ, ਅੱਜ ਇਹ ਬੈਨੀਫਿਸ਼ਰੀ ਕੱਲ ਦੂਸਰਾ ਬੈਨੀਫਿਸ਼ਰੀ ਹੈ, ਜਾਂ ਮੈਂ ਉਸ ਰਕਮ ਨੂੰ ਆਪਣੇ ਹਿਸਾਬ ਨਾਲ ਵਰਤਣਾ ਚਾਹੁੰਦਾ ਜਾਂ ਮੇਰਾ ਬੈਨੀਫਿਸ਼ਰੀ ਆਪਣੀ ਮਰਜ਼ੀ ਨਾਲ ਉਸ ਰਕਮ ਨੂੰ ਵਰਤ ਸਕਦਾ, ਤਾਂ ਡੈਫੀਨਿਟਲੀ ਜਿਹੜੀ ਤੁਹਾਡੀ ਇੰਡੀਵਿਜੂਅਲ ਇੰਸ਼ੋਰੈਂਸ ਹੈਗੀ ਆ ਉਹ ਬਹੁਤ ਜ਼ਿਆਦਾ ਬੈਟਰ ਹੈਗੀ ਹੈ, ਕਿਉਂਕਿ ਉੱਥੇ ਤੁਹਾਡੇ ਕੋਲ ਪੂਰਾ ਕੰਟਰੋਲ ਹੈ ਇਸ ਪਾਲਿਸੀ ਦਾ, ਤੁਸੀਂ ਉਸ ਪਾਲਿਸੀ ਦੇ ਮਾਲਿਕ ਹੈਗੇ ਹੋ, ਉਸ ਪਾਲਿਸੀ ਨਾਲ ਤੁਸੀਂ ਜੋ ਚਾਹੇ ਉਸ ਦਾ ਲਾਭ ਲੈ ਸਕਦੇ ਹੋ। ਲੇਕਿਨ ਜਦੋਂ ਬੈਂਕ ਤੋਂ ਮੌਰਗੇਜ ਇੰਸ਼ੋਰੈਂਸ ਲੈਣੇ ਤਾਂ ਉਹਦੇ 'ਚ ਇਹ ਚੀਜ਼ ਹੈਗਾ ਕਿ ਫਿਰ ਬੈਂਕ ਹੀ ਉਸ ਪਾਲਿਸੀ ਦਾ ਮਾਲਕ ਹੈ, ਬੈਂਕ ਹੀ ਉਸ ਪਾਲਿਸੀ ਦਾ ਬੈਨੀਫਿਸ਼ਰੀ ਹੈਗਾ। ਅਗਰ ਡੈਥ ਹੋ ਗਈ ਤੇ ਬੈਂਕ ਨੇ ਆਪਣੀ ਆਊਟਸਟੈਂਡਿੰਗ ਅਮਾਊਂਟ ਵਾਪਸ ਲੈ ਲੈਣੀ ਹੈ, ਅਗਰ ਮੈਂ ਕ੍ਰਿਟੀਕਲੀ ਇਲ ਹੋ ਗਿਆ ਤਾਂ ਬੈਂਕ ਨੇ ਆਪਣੀ ਰਕਮ ਲੈ ਲੈਣੀ ਹੈ, ਅਗਰ ਮੈਂ ਡਿਸੇਬਲ ਹੋ ਗਿਆ ਤੇ ਬੈਂਕ ਨੇ ਆਪਣੀ ਰਕਮ ਲੈ ਲੈਣੀ ਹੈ, ਉਹਨੇ ਮੈਨੂੰ ਜਾਂ ਮੇਰੇ ਬੈਨੀਫਿਸ਼ਰੀਜ਼ ਨੂੰ ਨਹੀਂ ਕੁਝ ਵੀ ਦੇਣਾ ਹੈਗਾ। ਸੋ
ਜੇ ਉਸ ਪਲੇਟਫਾਰਮ ਨਾਲ ਕੰਪੇਅਰ ਕਰਦੇ ਹਾਂ ਤਾਂ ਡੈਫੀਨਿਟਲੀ ਜਿਹੜੀ ਪਰਸਨਲ ਇੰਸ਼ੋਰੈਂਸ ਹੈਗੀ ਆ ਉਹ ਜ਼ਿਆਦਾ ਫੀਚਰਸ ਉਹਦੇ ਵਿੱਚ ਹੈਗੇ ਨੇ, ਜ਼ਿਆਦਾ ਫਲੈਕਸੀਬਿਲਿਟੀ ਹੈ, ਜ਼ਿਆਦਾ ਤੁਹਾਡਾ ਕੰਟਰੋਲ ਹੈਗਾ ਉਸ ਦੇ ਵਿੱਚ। ਸਰ ਮਾਰਗੇਜ ਇੰਸ਼ੋਰੈਂਸ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਲਾਈਫ ਦੀ ਤੇ ਕ੍ਰਿਟੀਕਲ ਇਲਨੈਸ, ਉਸ ਤੋਂ ਬਾਅਦ ਡਿਸੇਬਿਲਟੀ ਇੰਸ਼ੋਰੈਂਸ, ਇਹ ਤਿੰਨੋਂ ਅਲੱਗ-ਅਲੱਗ ਲੈ ਸਕਦੇ ਹਾਂ ਜਾਂ ਇਕੱਠੀ ਜਿਹੜੀ ਇਹ ਲੈ ਸਕਦੇ ਹਾਂ? ਮਨਪ੍ਰੀਤ ਜੀ ਬਹੁਤ ਵਧੀਆ ਸਵਾਲ ਹੈ, ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਅਸੀਂ ਮਾਰਗੇਜ ਇੰਸ਼ੋਰੈਂਸ ਦਾ ਨਾਮ ਲੈਂਦੇ ਆ ਤਾਂ ਸਾਨੂੰ ਲੱਗਦਾ ਹੈ ਕਿ ਮਾਰਗੇਜ ਇੰਸ਼ੋਰੈਂਸ ਦੇ ਵਿੱਚ ਤਿੰਨੋਂ ਚੀਜ਼ਾਂ ਕਵਰ ਹੁੰਦੀਆਂ ਨੇ, ਜਦ ਕਿ ਇਹ ਮਾਰਗੇਜ ਇੰਸ਼ੋਰੈਂਸ ਆਪਣੇ ਆਪ ਦੇ ਵਿੱਚ ਇੱਕ ਨਾਮ ਇਹ ਤਿੰਨਾਂ ਨੂੰ ਮਿਲਾ ਕੇ ਦਿੱਤਾ ਹੈਗਾ ਜੀ। ਇਹਦੇ ਵਿੱਚ ਤੁਹਾਡੀ ਆਪਸ਼ਨ ਹੈਗੀ ਹੈ ਕਿ ਜੇਕਰ ਤੁਹਾਡੇ ਕੋਲ ਡਿਸੇਬਿਲਿਟੀ ਇੰਸ਼ੋਰੈਂਸ ਹੈਗੀ ਆ ਤੇ ਤੁਸੀਂ ਉਹ ਮਾਰਗੇਜ ਇੰਸ਼ੋਰੈਂਸ ਲੈਣ ਵੇਲੇ ਤੁਸੀਂ ਉਸ ਨੂੰ ਮਨਾ ਵੀ ਕਰ ਸਕਦੇ ਹੋ। ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਕਿਤੇ ਕੰਮ ਕਰਦੇ ਹੋ, ਕਿਸੇ ਆਫਿਸ 'ਚ ਜੌਬ ਕਰਦੇ ਹੋ, ਤੁਹਾਨੂੰ ਉਸ ਆਫਿਸ 'ਚੋਂ ਵੀ ਡਿਸੇਬਿਲਿਟੀ ਬੈਨੀਫਿਟਸ ਮਿਲੇ ਹੋਏ ਨੇ ਜਿਹਦੀ ਕਿ ਤੁਸੀਂ ਹਰ ਮਹੀਨੇ ਡਿਡਕਸ਼ਨ ਕਰਵਾ ਰਹੇ ਹੋ। ਹੁਣ ਤੁਹਾਡੇ ਕੋਲ ਇੱਕ ਆਪਸ਼ਨ ਹੈਗੀ ਕਿ ਤੁਸੀਂ ਕ੍ਰਿਟੀਕਲਨੈਸ ਲੈਣੀ ਹੈ ਜਾਂ ਡਿਸੇਬਿਲਿਟੀ ਲੈਣੀ ਹੈ ਕਿ ਨਹੀਂ ਲੈਣੀ ਹੈਗੀ, ਕਿਉਂਕਿ ਤੁਸੀਂ ਆਲਰੇਡੀ ਕਵਰ ਹੈਗੇ ਹੋ। ਹੁਣ ਤੁਸੀਂ ਚਾਹੋ ਤਾਂ ਕੱਲੀ ਆਪਣੀ ਟਰਮ ਪਾਲਿਸੀ ਲੈ ਕੇ, ਜਾਂ ਜਿਹਨੂੰ ਅਸੀਂ ਸਭ ਤੋਂ ਸਸਤਾ ਆਪਸ਼ਨ ਹੁੰਦਾ ਮਾਰਗੇਜ ਦੇ ਨਾਲ ਜੋੜ ਦਿੰਦੇ ਆ, ਤੁਸੀਂ ਟਰਮ ਪਾਲਿਸੀ ਲੈ ਕੇ ਆਪਣੀ ਕਵਰੇਜ ਰੱਖ ਸਕਦੇ ਹੋ। ਮਤਲਬ ਤੁਹਾਡੇ ਕੋਲ ਇੱਕ ਆਪਸ਼ਨ ਹੈਗੀ ਹੈ ਕਿ ਤੁਸੀਂ ਤਿੰਨਾਂ ਦੇ ਵਿੱਚੋਂ ਤਿੰਨਾਂ ਨੂੰ ਇਕੱਠੇ ਵੀ ਲੈ ਸਕਦੇ ਹੋ, ਜਾਂ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਹੈਗੀ ਤੁਸੀਂ ਉਹਨੂੰ ਵੀ ਲੈ ਸਕਦੇ ਹੋ। ਜੀ ਸਰ, ਸਮਾਂ ਘੱਟ ਹੈ, ਉਸ ਤੋਂ ਜਾਣ ਤੋਂ ਪਹਿਲਾਂ ਇੱਕ ਕੁਐਸਚਨ ਦਾ ਜ਼ਰੂਰ ਆਨਸਰ ਚਾਹੂੰਗੀ ਕਿ ਜੇ ਅਸੀਂ ਗੱਲ ਕਰਦੇ ਹਾਂ ਲਾਈਫ, ਕ੍ਰਿਟੀਕਲ ਐਂਡ ਡਿਸੇਬਿਲਟੀ, ਇਹਨੂੰ ਸਮ ਅਪ ਕਰਨਾ ਹੋਵੇ ਤਾਂ ਡਿਫਰੈਂਸ ਕਿਵੇਂ ਇਹਨਾਂ ਦੇ ਵਿੱਚ? ਕਿਨੇ ਪਲਾਨਸ ਦੇ ਵਿੱਚ ਜਾਂ ਮਾਰਗੇਜ ਇੰਸ਼ੋਰੈਂਸ ਦੇ ਵਿੱਚ? ਮੈਂ ਇਦਾਂ ਹੈਗਾ ਕਿ ਜਿੱਦਾਂ ਫਿਰ ਸਮ ਅਪ ਤੁਸੀਂ ਕਹਿ ਰਹੇ ਹੋ ਤਾਂ ਮੈਂ ਹੁਣ ਫਟਾਫਟ ਇਹਨੂੰ ਨਿਬੇੜਨ ਦੀ ਗੱਲ ਕਰਦਾ ਇਸ ਗੱਲ ਨੂੰ ਕਿ ਜੇਕਰ ਮੈਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਔਰ ਡਿਸੇਬਿਲਿਟੀ ਆਪਣੀ ਮਾਰਗੇਜ ਪਾਲਿਸੀ ਦੇ ਵਿੱਚ ਇਨਕਲੂਡ ਕਰਦਾ, ਔਰ ਮਾਰਗੇਜ ਪਾਲਿਸੀ ਮੈਂ ਲੈਣਾ ਹੈਗਾ ਲੈਂਡਰ ਤੋਂ ਜਾਂ ਬੈਂਕ ਤੋਂ, ਤਾਂ ਉਹਦੇ ਵਿੱਚ ਉਹਦੀ ਮਲਕੀਅਤ ਜਿਹੜੀ ਹੈਗੀ ਹੈ ਬੈਂਕ ਦੇ ਕੋਲ ਹੀ ਹੋਵੇਗੀ, ਉਹਦਾ ਬੈਨੀਫੀਸ਼ੀਅਰੀ ਬੈਂਕ ਹੋਵੇਗਾ, ਉਸ ਨੂੰ ਇਸਤੇਮਾਲ ਕਿਵੇਂ ਕਰਨਾ ਉਸ ਰਕਮ ਨੂੰ ਉਹ ਬੈਂਕ ਡਿਸਾਈਡ ਕਰੇਗਾ ਜੀ। ਉਹਦੇ ਵਿੱਚ ਫਲੈਕਸੀਬਿਲਿਟੀ ਨਹੀਂ ਹੋਏਗੀ ਕਿ ਮੈਂ ਉਸ ਪਾਲਿਸੀ ਨੂੰ ਪਰਮਾਨੈਂਟ ਵਿੱਚ ਕਨਵਰਟ ਕਰਾਂ, ਫਿਰ ਜਦੋਂ ਵੀ ਮੈਂ ਲੋਨ ਨੂੰ ਰਿਵਾਈਜ਼ ਕਰਾਂਗਾ ਜਾਂ ਲੋਨ ਮੈਂ ਕਿਸੇ ਇੱਕ ਬੈਂਕ ਤੋਂ ਬਦਲ ਕੇ ਦੂਸਰੇ ਬੈਂਕ 'ਚ ਜਾਵਾਂਗਾ ਤਾਂ ਮੈਨੂੰ ਨਵੀਂ ਇੰਸ਼ੋਰੈਂਸ ਕਰਵਾਉਣੀ ਪਵੇਗੀ। ਉਹ ਇੰਸ਼ੋਰੈਂਸ ਫਿਰ ਮੇਰੀ ਉਮਰ ਦੇ ਮੁਤਾਬਕ ਬਦਲ ਸਕਦੀ ਹੈਗੀ ਹੈ। ਦੂਸਰੀ ਗੱਲ ਹੈਗੀ ਕਿ ਜਿਹੜਾ ਮੇਰਾ ਕਵਰੇਜ ਹੈਗੀ ਹੈ ਮੇਰਾ ਰਿਡਿਊਸਿੰਗ ਬੈਲੈਂਸ ਤੇ ਕਵਰੇਜ ਹੋਏਗੀ। ਜੇਕਰ ਮੇਰੀ ਕਵਰੇਜ ਘਟਦੀ ਪਈ ਹੈਗੀ ਆ ਤੇ ਮੇਰੇ ਜਿਹੜਾ ਲੋਨ ਅਮਾਉਂਟ ਹੈਗਾ ਉਹ ਅਗਰ ਘਟ ਰਿਹਾ ਤਾਂ ਮੇਰੀ ਕਵਰੇਜ ਵੀ ਘਟ ਰਹੀ ਹੈ, ਫਿਰ ਮੈਨੂੰ ਉਨੀ ਕਵਰੇਜ ਨਹੀਂ ਮਿਲਣੀ ਹੈਗੀ, ਜਦ ਕਿ ਮੈਂ ਰਕਮ ਜਾਂ ਜਿਹੜੀ ਪ੍ਰੀਮੀਅਮ ਹੈਗਾ ਮੈਂ ਫੁੱਲ ਅਮਾਉਂਟ ਤੇ ਦੇ ਰਿਹਾ। ਇਹਦੇ ਕੰਪੈਰੀਜ਼ਨ ਦੇ ਵਿੱਚ ਮੈਂ ਜੇ ਇੰਡੀਵਿਜੂਅਲ ਇੰਸ਼ੋਰੈਂਸ ਦੀ ਗੱਲ ਕਰਦਾ, ਇੰਡੀਵਿਜੂਅਲ ਇੰਸ਼ੋਰੈਂਸ ਦੇ ਵਿੱਚ ਜਿੱਦਾਂ ਮੇਰੀ ਰਕਮ ਘਟਦੀ ਹੈਗੀ ਆ ਉਦਾਂ ਮੇਰੇ ਪ੍ਰੀਮੀਅਮ ਨੂੰ ਕੋਈ ਫਰਕ ਨਹੀਂ ਪਏਗਾ, ਮੇਰੀ ਕਵਰੇਜ ਨੂੰ ਕੋਈ ਫਰਕ ਨਹੀਂ ਪਵੇਗਾ। ਮੇਰਾ ਪ੍ਰੀਮੀਅਮ ਅਗਰ ਹੈਗਾ ਤਾਂ ਉਹ ਪੂਰੀ ਦੀ ਪੂਰੀ ਅਮਾਉਂਟ ਨੂੰ ਕਵਰ ਕਰ ਰਿਹਾ ਹੈਗਾ। ਅਗਰ ਮੇਰਾ ਆਊਟਸਟੈਂਡਿੰਗ ਲੋਨ ਘਟ ਗਿਆ ਹੈਗਾ ਤਾਂ ਉਸ ਤੋਂ ਬਾਅਦ ਦਾ ਬਚਦਾ ਹੋਇਆ ਰਕਮ ਜਿਹੜੀ ਹੈਗੀ ਆ ਉਹ ਮੇਰੀ ਬੈਨੀਫੀਸ਼ੀਅਰੀ ਨੂੰ ਮਿਲ ਜਾਏਗੀ, ਕਿਉਂਕਿ ਉਸ ਪਾਲਿਸੀ 'ਚ ਮੈਂ ਆਪਣੀ ਮਰਜ਼ੀ ਨਾਲ ਬੈਨੀਫੀਸ਼ੀਅਰੀ ਬਣਾ ਸਕਦਾ ਹੈਗਾ, ਬਦਲ ਸਕਦਾ ਹੈਗਾ। ਜੇ ਉਹ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਿਟੀ ਪਾਲਿਸੀ ਤਾਂ ਮੈਂ ਖੁਦ ਉਸ ਪਾਲਿਸੀ ਦਾ ਬੈਨੀਫੀਸ਼ੀਅਰੀ ਬਣ ਸਕਦਾ ਹੈਗਾ। ਮੈਂ ਉਸ ਪਾਲਿਸੀ ਦੇ ਚੱਲਦੇ ਦੌਰਾਨ ਜਿੰਨੀ ਵਾਰੀ ਮਰਜ਼ੀ ਲੋਨ ਲਵਾਂ, ਜਿਸ ਮਰਜ਼ੀ ਇੰਸਟੀਟਿਊਸ਼ਨ 'ਚੋਂ ਲੋਨ ਲਵਾਂ, ਮੇਰੀ ਉਹ ਪਾਲਿਸੀ ਐਜ਼ ਇਟ ਇਜ਼ ਚੱਲਦੀ ਰਹੂਗੀ। ਸੋ ਇਹ ਦੋਨਾਂ ਦੇ ਕੰਪੈਰੀਜ਼ਨ ਦੇ ਵਿੱਚ ਇਹੀ ਚੀਜ਼ ਹੈ ਕਿ ਜੇਕਰ ਮੈਂ ਉਸ ਆਪਣੀ ਬਹੁਮੁੱਲੀ ਪ੍ਰਾਪਰਟੀ ਨੂੰ ਕਵਰ ਕਰਨਾ ਹੈ ਔਰ ਉਸ ਲਈ ਮੈਂ ਅਗਰ ਕੀਮਤ ਪੇ ਕਰ ਰਿਹਾ ਤਾਂ ਵਾਈ ਨੋਟ ਕਿ ਮੈਂ ਉਸ ਦੇ ਉੱਤੇ ਪਹਿਲੇ ਹੋਮਵਰਕ ਕਰਕੇ ਵੀ ਕਿੱਥੇ ਮੈਨੂੰ ਜ਼ਿਆਦਾ ਬੈਟਰ ਡੀਲ ਮਿਲ ਸਕਦੀ ਹੈ, ਕਿੱਥੇ ਜ਼ਿਆਦਾ ਫੀਚਰਸ ਹੈਗੇ ਨੇ, ਕਿਉਂਕਿ ਮਾਰਗੇਜ ਇੰਸ਼ੋਰੈਂਸ ਜਿਹੜਾ ਬੈਂਕ ਤੋਂ ਲਵਾਂਗੇ ਤਦ ਵੀ ਸਾਨੂੰ ਪ੍ਰੀਮੀਅਮ ਦੇਣਾ ਪਵੇਗਾ, ਇੰਸ਼ੋਰੈਂਸ ਕੰਪਨੀ ਕੋਲ ਲਵਾਂਗੇ ਤਦ ਵੀ ਪ੍ਰੀਮੀਅਮ ਦੇਣਾ ਪਵੇਗਾ। ਲੇਕਿਨ ਜ਼ਰੂਰਤ ਕੀ ਹੈ ਦੋਨਾਂ ਦਾ ਕੰਪੇਅਰ ਕਰਨ ਦੀ ਕਿ ਪ੍ਰੀਮੀਅਮ ਕਿੱਥੇ ਘੱਟ ਹੈਗਾ ਔਰ ਕਿੱਥੇ ਜ਼ਿਆਦਾ ਫੀਚਰ ਔਰ ਕਿੱਥੇ ਮੇਰੇ ਕੋਲ ਜ਼ਿਆਦਾ ਕੰਟਰੋਲ ਹੈਗਾ ਔਰ ਕਿੱਥੇ ਲੰਮੇ ਸਮੇਂ ਤੱਕ ਮੈਂ ਉਸ ਚੀਜ਼ ਨੂੰ ਵਰਤ ਸਕਦਾ। ਸੋ ਇਹ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਮਾਰਗੇਜ ਇੰਸ਼ੋਰੈਂਸ। ਜੀ ਥੈਂਕ ਯੂ ਸਰ ਸਾਡੇ ਨਾਲ ਜੁੜਨ ਲਈ। ਬਟ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਪਲੀਜ਼ ਜ਼ਰੂਰ ਜਾਣਕਾਰੀ ਦੇ ਦਿਓ, ਅਗਰ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਤਾਂ ਕਿਸ ਤਰ੍ਹਾਂ ਕਰ ਸਕਦੇ? ਜੀ ਜੇ ਸਾਡੇ ਦਰਸ਼ਕ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ ਤਾਂ ਸਾਡਾ ਕੰਟੈਕਟ ਨੰਬਰ ਹੈਗਾ 4167260307 ਜਾਂ ਤੁਸੀਂ ਸਾਨੂੰ ਈਮੇਲ ਰਾਹੀਂ info@truepax.ca ਤੇ ਵੀ ਕੰਟੈਕਟ ਕਰ ਸਕਦੇ ਹੋ। ਤੇ ਲਾਸਟ ਬਟ ਨਾਟ ਦ ਲੀਸਟ ਇਹ ਹੈਗਾ ਕਿ ਤੁਹਾਡੀ ਬੜਮੁੱਲੀ ਤੁਹਾਡੀ ਸਾਰੀ ਉਮਰ ਦੀ ਕਮਾਈ ਦੀ ਪ੍ਰਾਪਰਟੀ ਜਿਹੜੀ ਹੈਗੀ ਜਿਹੜਾ ਅਸੀਂ ਘਰ ਕਰਨੇ ਹੈਗੇ ਆ ਉਹਨੂੰ ਸਿਕਿਉਰ ਕਰਿਓ ਜ਼ਰੂਰ, ਚਾਹੇ ਉਹ ਫਿਰ ਮਾਰਗੇਜ ਇੰਸ਼ੋਰੈਂਸ ਬੈਂਕ ਤੋਂ ਹੋਵੇ ਜਾਂ ਕਿਸੇ ਇੰਸ਼ੋਰੈਂਸ ਕੰਪਨੀ ਤੋਂ, ਲੇਕਿਨ ਬੇਸਿਕ ਇਹ ਚੀਜ਼ ਹੈਗੀ ਕਿ ਇਟ ਸ਼ੁੱਡ ਬੀ ਕਵਰਡ, ਉਹਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਥੈਂਕ ਯੂ ਸਰ ਸਾਡੇ ਨਾਲ। ਸੋ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਹਮਦਰਦ ਪੈਸਾ ਧੇਲਾ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਰ ਤੁਸੀਂ ਵੀ ਵਿਕਰਮਜੀਤ ਸਿੰਘ ਜਜੂਆ ਜੀ ਦੀਆਂ ਜਿਹੜੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਕੰਟੈਕਟ ਨੰਬਰ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਗਿਆ ਹੈ, ਤੁਸੀਂ ਉਹਨਾਂ ਨੂੰ ਕਾਲ ਕਰਕੇ ਜਿਹੜੀਆਂ ਆਪਣੀਆਂ ਫਾਈਨੈਂਸ਼ੀਅਲ ਸਰਵਿਸ ਦੇ ਬਾਰੇ ਜਿਹੜੀ ਐਡਵਾਈਸ ਲੈ ਸਕਦੇ ਹੋ। ਸੋ ਹਮਦਰਦ ਟੀਵੀ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।